गुरु नानक पद पंकज बंदन, पद पंकज बंदन। सिमरो अंगद दुख निकंदन, गुरु अमरदास हृदय नित ध्यावूं, गुर हृदय नित ध्यावूं। श्री गुरु रामदास गुण गावों, गुरु अर्जुन विघ्नन के नाशक, विघ्नन के नाशक। श्री हरगोबिंद शुभ सुमत प्रकाशक, श्री हर राय नमो कर जोरी, नमो कर जोरी। श्री हर कृष्ण मनाओ बहोरी, गुर तेग बहादुर परम कृपाला, सतगुर परम कृपाला। श्री गुरु गोबिंद सिंह विसाला, धरो धरा धर पुन पुन सीसा, वाहिगुरु पुन पुन सीसा। बंदो बार बार जगदीसा, एक अंकारा सतगुरु तेह प्रसाद सच होए। वाहिगुरु जी की फतेह, बिघ्न विनाशन सोए। गुर का शब्द कमाए जिन, जीते पंच विकार। तिन संतन को बंदना, सिर चरणन पर धार। कहाँ बुद्ध प्रभ तुच्छ हमारी, बरन सकै महिमा जो तिहारी। हम ना सकत कर सिफत तुम्हारी, आप लिहो तुम कथा सुधारी। हम ना सकत कर सिफत तुम्हारी, आप लिहो तुम कथा सुधारी। सतनाम श्री वाहिगुरु साहिब जी। दोहरा एक बेर श्री गुर गए, ग्राम हरि के थान। प्रथम बास तह कछ कियो, पहुँचे मेल जान। वाहिगुरु जी का खालसा, वाहिगुरु जी की फतेह। मस्तक लगे साध रेण वडभाग जिन्हां दे। धन 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 श्री गुरु ग्रंथ साहिब महाराज जी दे हजूर जुड़ मिल के बैठी गुरु का खास रूप, गुरु सवारी, गुरु खालसा साध संगत जी। आप समूह साध संगत दे वडभाग ने कि साधुआं दी धूड़ी मत्थे ते लाई है। सच्चे पातशाह गुरु ग्रंथ साहिब महाराज जी दे हजूर इलाही गुरबाणी दे रस भिन्ने कीर्तन सरवण कीते ने। लाल रंग तिसको लगा जिसके वडभागा, मैला कदे न होवई नह लागै दागा। सच्चे पातशाह दा जो नाम है वो इन्ना पवित्र है, जिस दे हिरदे विच वस जावे, जो रसना तो एक वारी सतनाम वाहिगुरु दा जाप लै लवे, श्रवणा तो सुन लवे, हिरदे च वसा लवे, उहदे करोड़ जन्मां दे पाप नाश हो जांदे ने। ਉਹ इलाही बाणी ਦਾ ਕੀਰਤਨ ਆਪ ਸਮੂਹ ਸਾਧ ਸੰਗਤ ਨੇ ਭਾਈ ਬਖਸ਼ੀਸ਼ ਸਿੰਘ ਜੀ ਦੇ ਜੱਥੇ ਪਾਸੋਂ ਸਰਵਣ ਕੀਤਾ ਹੈ। ਆਓ ਹੁਣ ਪ੍ਰੇਮ ਦੇ ਨਾਲ ਗੁਰ ਇਤਿਹਾਸ ਦੀ ਲੜੀਵਾਰ ਕਥਾ ਜੋ ਗੁਰੂ ਅੰਗਦ ਦੇਵ ਮਹਾਰਾਜ ਜੀ ਕੋਲ ਪਿਛਲੇ ਪ੍ਰਸੰਗਾਂ ਦੇ ਅੰਦਰ ਗੁਰੂ ਕੇ ਸਿੱਖ ਆਏ ਸੀ, ਉਹਨਾਂ ਨੇ ਸਿੱਖੀ ਲੈ ਕੇ ਵਿਦਾਇਗੀ ਲਈ। ਅੱਜ ਗੁਰੂ ਪਾਤਸ਼ਾਹ ਮਹਾਰਾਜ ਆਪਣੇ ਨਗਰ ਦੇ ਅੰਦਰ ਹਰੀ ਕੇ ਪੱਤਣ जो कि मुक्तसर साहिब दे कोल है, नांगे की सराय, मत्ते की सराय भी नाम है। अज गुरु अंगद देव महाराज पहली बारी गुरु बनने तो बाद अपने निजी स्थान ते जिथे पातशाह गुरु बनने तो पहला रहे ने, गुरु पातशाह गुरु अंगद देव जी उस स्थान ते जा रहे ने। आओ कथा बड़े प्रेम दे नाल सरवण करिए। जिथे जाए बहे मेरा सतगुरु, सो थान सुहावा राम राजे। गुरु पातशाह महाराज ने अपने पावन पवित्र चरण अपनी नगरी दे अंदर पाए ने गुरु बनन तो बाद। आओ प्रेम दे नाल प्रसंग सरवण करिए। अपनी मन चित बिरतियां नूं एकाग्र करके गुरमंत्र दा जाप करिए, आखना करिए सतनाम
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਬੇਰ ਸ੍ਰੀ ਗੁਰ ਗਏ ਗ੍ਰਾਮ ਹਰੀ ਕੇ ਥਾਨ। ਇੱਕ ਵਾਰੀ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਹਰੀ ਕੇ ਪੱਤਣ ਮੱਤੇ ਕੀ ਸਰਾਏ ਨਾਂਗੇ ਕੀ ਸਰਾਏ ਜੋ ਕਿ ਮੁਕਤਸਰ ਸਾਹਿਬ ਦੇ ਅੰਦਰ ਹੈ, ਉੱਥੇ ਗੁਰੂ ਪਾਤਸ਼ਾਹ ਮਹਾਰਾਜ ਗਏ ਨੇ। ਪ੍ਰਥਮ ਬਾਸ ਤਹਿ ਕੁਛ ਕੀਓ ਪਹੁੰਚੇ ਮੇਲੀ ਜਾਨ। ਸੱਚੇ ਪਾਤਸ਼ਾਹ ਮਹਾਰਾਜ ਜਦੋਂ ਆਪਣੇ ਨਗਰ ਦੇ ਅੰਦਰ ਪਹੁੰਚੇ ਤੇ ਬਹੁਤ ਸਾਰੀ ਸੰਗਤ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮਿਲਣ ਦੇ ਲਈ, ਉਹਨਾਂ ਦੇ ਚਰਨ ਪਰਸਨ ਦੇ ਲਈ, ਬਈ ਗੁਰੂ ਅੰਗਦ ਦੇਵ ਮਹਾਰਾਜ ਸਾਡੇ ਨਗਰ ਦੇ ਅੰਦਰ ਭਾਈ ਲਹਿਣਾ ਜੀ ਕਰਕੇ ਜਾਣੇ ਜਾਂਦੇ ਸਨ, ਪਰ ਹੁਣ ਉਹ ਗੁਰੂ ਨਾਨਕ ਦੇਵ ਮਹਾਰਾਜ ਦੀ ਦੂਸਰੀ ਗੁੱਦੀ ਤੇ ਬੈਠ ਗਏ ਨੇ। ਗੁਰੂ ਨਾਨਕ ਸਾਹਿਬ ਤੋਂ ਬਾਅਦ ਉਹ ਗੁਰੂ ਨੇ। ਸਾਰੀ ਸੰਗਤ ਬੜੀ ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ, ਆਪਣੀ ਭੇਟਾਵਾਂ ਲੈ ਕੇ ਬੜੇ ਅਦਬ ਦੇ ਨਾਲ ਗੁਰੂ ਪਾਤਸ਼ਾਹ ਨੂੰ ਮਿਲਣ ਆਈ ਹੈ। ਚੌਪਈ ਡੇਰਾ ਕਰਿਓ ਗ੍ਰਾਮ ਤਿਸ ਜਾਏ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉੱਥੇ ਡੇਰਾ ਕੀਤਾ। ਡੇਰਾ ਕਰਨ ਦਾ ਅਰਥ ਹੁੰਦਾ ਹੈ ਬਈ ਉੱਥੇ ਜਾ ਕੇ ਸੰਗਤ ਦੇ ਨਾਲ ਵਿਸ਼ਰਾਮ ਦੇ ਨਾਲ ਗੱਲਬਾਤ ਕਰੀ। ਜਿਨ ਕੇ ਸੰਗ ਸਿੱਖ ਸਮੁਦਾਏ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਖੰਡੂਰ ਸਾਹਿਬ ਤੋਂ ਵੀ ਸੰਗਤ ਨਾਲ ਗਈ ਸੀ। ਕੁਝ ਸ਼ਰਧਾਵਾਨ ਸੰਗਤ ਜਿਹੜੀ ਮੱਤੇ ਕੀ ਸਰਾਏ ਦੀ ਸੀ, ਉਹ ਵੀ ਸੰਗਤ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮਿਲਣ ਆਈ। ਸੁਨ ਸੁਨ ਮਹਿਮਾ ਨਰ ਬਿਸਮਾਏ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਮਹਿਮਾ ਸੁਣ ਕੇ ਨਰ ਤੇ ਨਾਰੀ ਹੈਰਾਨ ਹੋ ਗਏ। ਬਈ ਸਾਡੇ ਵਿੱਚ ਰਹਿੰਦੇ ਸੀਗੇ ਗੁਰੂ ਪਾਤਸ਼ਾਹ, ਭਾਈ ਲਹਿਣਾ ਜੀ ਸਾਧਾਰਨ ਵਿਅਕਤੀ ਬਣ ਕੇ, ਇਹਨਾਂ ਦੇ ਪਿਤਾ ਜੀ ਦਾ ਨਾਮ ਫੇਰੂ ਮੱਲ ਸੀਗਾ, ਸਾਡੇ ਨਾਲ ਰਹੇ, ਪਰ ਪਤਾ ਨਹੀਂ ਕਦੋਂ ਇਹਨਾਂ ਦੇ ਸੇਵਾ ਦੀ ਜਾਗ ਲੱਗੀ। ਪਹਿਲੇ ਮਾਤਾ ਦੇ ਨੈਣਾ ਦੇਵੀ ਦੇ ਦਰਸ਼ਨਾਂ ਦੇ ਲਈ ਜਾਂਦੇ ਸਨ, ਜਵਾਲਾ ਦੇਵੀ ਦੇ ਦਰਸ਼ਨਾਂ ਦੇ ਲਈ, 9 ਦੇਵੀਆਂ ਦੇ ਦਰਸ਼ਨ ਲਈ ਜਾਂਦੇ ਸਨ। ਇੱਕ ਦਿਨ ਲਿਵ ਲੱਗੀ ਰਸਤੇ ਦੇ ਅੰਦਰ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਉਸ ਤੋਂ ਬਾਅਦ ਦੇਵੀ ਦੇ ਦਰਸ਼ਨ ਉਸੇ ਸਥਾਨ ਤੋਂ ਹੋਣ ਲੱਗ ਪਏ ਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਦੇ ਅੰਦਰ ਤਤਪਰ ਰਹੇ। ਗੁਰਤਾ ਗੱਦੀ ਪ੍ਰਾਪਤ ਕੀਤੀ। ਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਰਹਿੰਦੇ ਰਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਭੇਦਤਾ ਲੈ ਲਈ। ਸ੍ਰੀ ਨਾਨਕ ਗਾਦੀ ਇਨ ਪਾਏ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਸ਼੍ਰੀ ਅੰਗਦ ਦੇਵ ਪਾਤਸ਼ਾਹ ਨੇ ਗੱਦੀ ਪ੍ਰਾਪਤ ਕੀਤੀ। ਮੇਲੀ ਹੁਤੇ ਮਿਲੇ ਸਭ ਆਏ। ਸਾਰੇ ਜਿੰਨੇ ਸਾਖ ਸੰਬੰਧੀ ਸੀ, ਦੋਸਤ ਯਾਰ ਮਿੱਤਰ ਸੀਗੇ, ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮਿਲਣ ਆਏ। ਕਰ ਬੰਧਨ ਬੈਠੇ ਸਮੁਦਾਏ। ਬੜੇ ਪ੍ਰੇਮ ਦੇ ਨਾਲ ਆ ਕੇ ਮੱਥਾ ਟੇਕਿਆ, ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਹੁਣ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਨੇ, ਬਹੁਤ ਸਤਿਕਾਰਯੋਗ ਹਸਤੀ ਬਣ ਚੁੱਕੇ ਸੀ, ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਬਣ ਚੁੱਕੇ ਸੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸੰਗਤ ਪ੍ਰੇਮ ਦੇ ਨਾਲ ਆ ਕੇ ਨਿਭਦੀ ਹੈ। ਹੁਤੇ ਹਰੀ ਕੇ ਤਹ ਸਰਦਾਰਾ। ਜਿਹੜੇ ਹਰੀ ਕੇ ਪੱਤਣ ਕੇ ਸਰਦਾਰ ਸੀਗੇ, ਚੌਧਰੀ ਸੀਗੇ। ਤਿਨ ਭੀ ਸੁਨ ਕਰ ਸਜਸ ਉਦਾਰਾ। ਜਿਹੜੇ ਚੌਧਰੀ ਵਿਅਕਤੀ ਹੁੰਦੇ ਨੇ, ਉਹਨਾਂ ਨੂੰ ਵੀ ਪਤਾ ਲੱਗਿਆ ਵੀ ਸਾਡੇ ਨਗਰ ਦਾ ਇੱਕ ਵਿਅਕਤੀ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਬਣਿਆ, ਵੀ ਅਸੀਂ ਵੀ ਜਾ ਕੇ ਦਰਸ਼ਨ ਕਰ ਆਈਏ। ਕਰ ਮਾਤ ਸਾਹਿਬ ਗੁਰ ਭਏ। ਹਾਂਜੀ, ਕਰਾਮਾਤ ਸਾਹਿਬ ਗੁਰ ਭਏ। ਕਰਾਮਾਤ ਸਾਹਿਤ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਬਹੁਤ ਕਰਾਮਾਤ ਹੈ। ਪੂਰਬ ਬਸਤ ਹੁਤੇ ਜੋ ਗਏ। ਸੱਚੇ ਪਾਤਸ਼ਾਹ ਮਹਾਰਾਜ ਜੀ ਪਹਿਲੇ ਤਾਂ ਨਗਰ ਦੇ ਅੰਦਰੋਂ ਗਏ ਸੀਗੇ ਸਾਧਾਰਨ ਵਿਅਕਤੀ ਬਣ ਕੇ, ਪਰ ਹੁਣ ਉਹ ਕਰਾਮਾਤ ਜੁੱਤ ਹੋ ਗਏ ਨੇ। ਜਿਸ ਤਰ੍ਹਾਂ ਸੰਗਤ ਜੀ ਸਾਡੇ ਹੀ ਨਗਰ ਦੇ ਅੰਦਰ ਅਸੀਂ ਕਿੱਥੇ ਰਹਿੰਦੇ ਹੋਈਏ ਤੇ ਉੱਥੇ ਕੋਈ ਵਿਅਕਤੀ ਬੜੇ ਚਿਰ ਬਾਅਦ ਵਾਪਸ ਆਏ, ਬੜਾ ਉੱਚਾ ਅਹੁਦਾ ਲੈ ਕੇ, ਹੁਣ ਉਸ ਨੂੰ ਬੁਲਾਉਣ ਦਾ ਢੰਗ ਵੀ ਬਦਲ ਜਾਂਦਾ ਹੈ, ਉਸ ਨੂੰ ਮਿਲਣ ਦਾ ਢੰਗ ਵੀ ਬਦਲ ਜਾਂਦਾ ਹੈ। ਗੁਰੂ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਜਦੋਂ ਹਰੀ ਕੇ ਪੱਤਣ ਆਏ, ਵੱਡੇ ਵੱਡੇ ਚੌਧਰੀ ਸਰਦਾਰ ਨਗਰ ਦੀ ਸੰਗਤ ਭੇਟਾਵਾਂ ਲੈ ਕੇ ਮੱਥਾ ਟੇਕਣ ਆਂਦੀ ਹੈ। ਮਿਲਨ ਹੇਤ ਸੋ ਭੀ ਚਲ ਆਇਓ। ਜਿਹੜੇ ਨਗਰ ਦੇ ਚੌਧਰੀ ਸੀਗਾ ਉਹ ਮਿਲਣ ਦੇ ਲਈ ਆਇਆ। ਸੁਧ ਹਿਤ ਮਾਨਵ ਪ੍ਰਥਮ ਪਠਾਇਓ। ਸਭ ਤੋਂ ਪਹਿਲੇ ਵੱਡੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਅਸੀਂ ਵੱਡੇ ਹਾਂ, ਮਨ ਦੇ ਅੰਦਰ ਮਾਣ ਨਹੀਂ ਛੱਡਿਆ ਜਾਂਦਾ। ਉਹਨਾਂ ਨੇ ਪਹਿਲੇ ਆਪਣੇ ਬੰਦੇ ਭੇਜੇ ਗੁਰੂ ਪਾਤਸ਼ਾਹ ਨੂੰ ਦੱਸਣ ਦੇ ਲਈ ਵੀ ਚੌਧਰੀ ਆ ਰਿਹਾ, ਕਿਉਂਕਿ ਕਈ ਵਾਰੀ ਅਗਿਆਨਤਾ ਵਸ ਹੋ ਕੇ ਅਸੀਂ ਗੁਰੂ ਦੇ ਕੋਲ, ਸੰਗਤ ਦੇ ਕੋਲ, ਮਹਾਪੁਰਸ਼ਾਂ ਦੇ ਕੋਲ, ਸੰਤ ਜਨਾਂ ਦੇ ਕੋਲ
ਆਪਣੀ ਹਉਮੈ ਦਾ ਪ੍ਰਗਟਾਵਾ ਅਣਜਾਣਤਾ 'ਚ ਕਰ ਜਾਂਦੇ ਆ। ਪਰ ਸੰਗਤ ਦੇ ਅੰਦਰ ਗੁਰੂ ਜਨਾਂ ਦੇ ਕੋਲ, ਭਗਤ ਜਨਾਂ ਦੇ ਕੋਲ ਹਉਮੈ ਦਾ ਪ੍ਰਗਟਾਵਾ ਨਹੀਂ ਕਰੀਦਾ। ਉਸ ਚੌਧਰੀ ਤੋਂ ਗਲਤੀ ਹੋ ਗਈ। ਉਹਨੇ ਪਹਿਲੇ ਆਪਣੇ ਬੰਦੇ ਘੱਲੇ, ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿ ਕੇ ਆਓ ਵੀ ਚੌਧਰੀ ਆ ਰਿਹਾ ਮੱਤੇ ਕੀ ਸਰਾਂ ਦਾ। ਸ੍ਰੀ ਅੰਗਦ ਤਿਨ ਕੀ ਗਤ ਜਾਨੀ। ਗੁਰੂ ਅੰਗਦ ਦੇਵ ਮਹਾਰਾਜ ਜਾਣੀ ਜਾਣ ਸਨ। ਜਿਸ ਤਰ੍ਹਾਂ ਹੀ ਉਹ ਬੰਦੇ ਆਏ, ਮਹਾਰਾਜ ਜੀ ਹਲਕੇ ਜਿਹੇ ਮੁਸਕਰਾਏ। ਮਹਾਰਾਜ ਕਹਿੰਦੇ ਸਤ ਬਚਨ, ਚੌਧਰੀ ਸਾਹਿਬ ਨੂੰ ਕਹੋ ਵੀ ਅਸੀਂ ਇੱਥੇ ਹੀ ਆ, ਸਾਨੂੰ ਮਿਲ ਲੈਣ। ਗੁਰੂ ਮਹਾਰਾਜ ਜੀ ਨੇ ਅਦਿਕ ਪਦਾਰਥ ਤੇ ਬੜ ਮਾਨੀ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਵਡਿਆਈ ਦੇਣ ਦੇ ਲਈ ਜਾਂ ਤੇ ਏਕ ਪੰਘੂਰਾ ਲਿਆਵੋ। ਸੱਚੇ ਪਾਤਸ਼ਾਹ ਨੇ ਇੱਕ ਪੰਘੂੜਾ ਡਸਵਾਇਆ। ਪੰਘੂੜਾ ਸ਼ਬਦ ਆਪਣੇ ਪੰਜਾਬੀ ਦਾ ਹੈ। ਅੱਜ ਕੱਲ ਦੇ ਯੂਥ ਨੂੰ ਨਹੀਂ ਪਤਾ ਹੋਣਾ। ਪੰਘੂੜੇ ਦਾ ਅਰਥ ਹੁੰਦਾ ਮੰਜੀ। ਜਿਵੇਂ ਅਸੀਂ ਚਾਰਪਾਈ ਕਹਿ ਲੈਂਦੇ ਆ ਹਿੰਦੀ ਦੇ ਅੰਦਰ, ਗੁਰਮੁਖੀ ਦੇ ਅੰਦਰ ਪੰਘੂੜਾ ਕਹੀਦਾ, ਜਾਂ ਕੋਟ ਕਹਿ ਲਓ ਅੰਗਰੇਜ਼ੀ 'ਚ। ਤੇ ਗੁਰੂ ਪਾਤਸ਼ਾਹ ਮਹਾਰਾਜ ਦਾ ਜਿੱਥੇ ਤਖਤ ਸੀਗਾ, ਪਾਤਸ਼ਾਹ ਬੈਠੇ ਸੀਗੇ, ਇੱਕ ਮਹਾਰਾਜ ਨੇ ਬਿਲਕੁਲ ਉਹਦੇ ਸਾਹਮਣੇ ਪੰਘੂੜਾ ਡਸਵਾ ਕੇ ਚਿੱਟੀ ਚੱਦਰ ਵਿਛਵਾ ਦਿੱਤੀ। ਕਿਉਂਕਿ ਚੌਧਰੀ ਨੇ ਬੰਦੇ ਘੱਲੇ ਸਨ ਬਈ ਮੈਂ ਆ ਰਿਹਾ। ਮਹਾਰਾਜ ਕਹਿੰਦੇ ਚਲੋ ਜੇ ਉਹ ਸਤਿਕਾਰ ਚਾਹੁੰਦਾ ਤੇ ਅਸੀਂ ਉਹਨੂੰ ਸਤਿਕਾਰ ਦਈਏ। ਕਿਉਂਕਿ ਖਾਲਸਾ ਜੀ ਵੱਡੇ ਬੰਦੇ ਦੀ ਪਛਾਣ ਕੀ ਹੁੰਦੀ ਹੈ? ਉਹ ਕਦੇ ਵੀ ਸਾਹਮਣੇ ਵਾਲੇ ਬੰਦੇ ਨੂੰ ਨੀਵਾਂ ਨਹੀਂ ਜਾਣਦਾ। ਇਹਦੇ ਅੰਦਰ ਹੀ ਉਹਦੀ ਵੱਡੀ ਵਡਿਆਈ ਹੁੰਦੀ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਪਤਾ ਹੈ ਬਈ ਮੈਂ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਹਾਂ, ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਅਭੇਦਤਾ ਹੈ। ਫੇਰ ਵੀ ਉਹਦੇ ਸਾਹਮਣੇ ਆਪਣੇ ਬਰਾਬਰ ਪੰਘੂੜਾ ਡਸਵਾ ਲਿਆ। ਤਿਸ ਬੈਠਨ ਕੇ ਹੇਤ ਡਸਾਵੋ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੈਠਣ ਦੇ ਲਈ ਪੰਘੂੜਾ ਜਦੋਂ ਡਸਵਾਇਆ, ਦਾਸ ਆਨ ਤਤਕਾਲ ਬਿਛਾਵਾ। ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕੇ ਸੇਵਾਦਾਰਾਂ ਨੇ ਚਿੱਟੀ ਚੱਦਰ ਪਾ ਕੇ ਇੱਕ ਮੰਜਾ ਡਸਾ ਦਿੱਤਾ, ਵਿਛਾ ਦਿੱਤਾ। ਇਤਨੇ ਮਹਿ ਚਲ ਕਰ ਸੋ ਆਵਾ। ਐਨੀ ਦੇਰ ਨੂੰ ਚੌਧਰੀ ਦੇ ਬੰਦੇ ਵਾਪਸ ਦੱਸਣ ਗਏ ਸੀ ਤੇ ਚੌਧਰੀ ਵੀ ਆ ਗਿਆ। ਚੌਧਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਜਦੋਂ ਪਹੁੰਚਿਆ, ਕੇਤਕ ਸੰਗ ਲੋਕ ਤਿਹ ਆਏ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਣ ਦੇ ਲਈ ਚੌਧਰੀ ਵੀ ਆਇਆ, ਕੁਝ ਕੁ ਬੰਦੇ ਨਾਲ ਆਏ। ਸਭਨ ਦੇਖ ਕੇ ਸੀਸ ਨਿਵਾਏ। ਸਾਰਿਆਂ ਨੇ ਦੇਖ ਕੇ ਮੱਥਾ ਟੇਕਿਆ। ਆਖਣਾ ਕਰੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ, ਬੜੀ ਕਿਰਪਾ ਕੀਤੀ। ਆਪ ਜੀ ਸਾਡੇ ਨਗਰ ਦੇ ਅੰਦਰ, ਮੱਤੇ ਕੀ ਸਰਾਂ ਦੇ ਅੰਦਰ, ਜਿੱਥੇ ਦੇ ਤੁਸੀਂ ਵਸਨੀਕ ਹੋ, ਜਿੱਥੇ ਤੁਹਾਡੇ ਪਿਤਾ ਜੀ ਨੇ ਜਪ ਤਪ ਕੀਤਾ, ਤੁਸੀਂ ਜਪ ਤਪ ਕੀਤਾ, ਤੁਸੀਂ ਨਗਰ ਦੇ ਅੰਦਰ ਆਏ ਹੋ, ਸਾਨੂੰ ਬੜੀ ਖੁਸ਼ੀ ਹੋਈ। ਤਿਨ ਮਹਿਮਾਨੀ ਜੋ ਸਰਦਾਰ। ਜਿਹੜਾ ਉਹਨਾਂ ਦੇ ਅੰਦਰੋਂ ਚੌਧਰੀ ਸੀਗਾ, ਇੱਕ ਤਾਂ ਸਾਰੀ ਸੰਗਤ ਆਈ, ਉਹਨਾਂ ਨੇ ਮੱਥਾ ਟੇਕਿਆ। ਫਿਰ ਜਿਹੜਾ ਚੌਧਰੀ ਸੀਗਾ, ਚਿੱਟੇ ਕੱਪੜਿਆਂ ਵਾਲਾ, ਤੁਰਲੇ ਵਾਲੀ ਪੱਗ ਬੰਨੀ ਹੋਈ, ਪੈਰਾਂ 'ਚ ਤਿੱਲੇ ਵਾਲੀ ਜੁੱਤੀ, ਚਾਦਰਾ ਲਾਇਆ ਥੱਲੇ ਤੇ ਸ਼ਮਲਾ ਛੱਡਿਆ ਹੋਇਆ ਮੋਢੇ ਦੇ ਉੱਤੇ, ਬੜੇ ਹੰਕਾਰ ਦੇ ਨਾਲ ਛਾਤੀ ਚੌੜੀ ਕਰਕੇ ਉਹ ਵੀ ਆਇਆ। ਨਹੀਂ ਪੰਗੂਰੇ ਦਿਸ ਭਗਤਾਰ। ਉਹਨੇ ਪੰਘੂੜੇ ਵੱਲ ਦੇਖਿਆ ਹੀ ਨਹੀਂ। ਜਿਹੜਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਹਦੇ ਲਈ ਛੋਟਾ ਜਿਹਾ ਮੰਜਾ ਡਸਵਾਇਆ ਬੈਠਣ ਦੇ ਲਈ, ਉਹਨੇ ਉਹਦੇ ਵੱਲ ਦੇਖਿਆ ਹੀ ਨਹੀਂ। ਸ੍ਰੀ ਗੁਰ ਤਰੇ ਪ੍ਰਿਯੰਕ ਨਹਾਰਾ। ਉਹਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਜਿਹੜੇ ਪਲੰਗ ਤੇ ਬੈਠੇ ਸਨ, ਉਹਦੇ ਸਰਾਣੇ ਵਾਲੇ ਪਾਸੇ ਤਰੇ ਨ ਬੈਠੋ ਇਨ ਜੇ ਧਾਰਾ। ਮਨ ਵਿੱਚ ਸੋਚਦਾ ਹੈ ਜੇ ਮੈਂ ਹੇਠਾਂ ਬੈਠ ਗਿਆ ਤੇ ਸਾਰੀ ਮੇਰੇ ਚੌਧਰੀ ਨਗਰ ਦਾ, ਮੈਂ ਚੌਧਰੀ ਆ, ਸਾਰੇ ਸੋਚਣਗੇ ਵੀ ਸਾਡੇ ਨਗਰ ਦਾ ਬੰਦਾ ਗਿਆ, ਗੁਰੂ ਬਣਿਆ, ਤੇ ਸਾਡਾ ਚੌਧਰੀ ਵੀ ਚਰਨਾਂ 'ਚ ਬਹਿ ਗਿਆ। ਮਨ ਦੇ ਅੰਦਰ ਵਿਚਾਰ ਚੱਲ ਪਈ। ਕਿਉਂਕਿ ਸਾਡੀ ਬੁੱਧੀ ਜਿਹੜੀ ਹੈ ਨਾ, ਉਹ ਸਾਨੂੰ ਬੜੀ ਜਲਦੀ ਨੈਗੇਟਿਵ ਚੀਜ਼ ਵੱਲ ਅਟਰੈਕਟ ਕਰਾ ਦਿੰਦੀ ਹੈ। ਤੇ ਉਹਦੀ ਚੌਧਰੀ ਦੀ ਜਿਹੜੀ ਬੁੱਧੀ ਸੀਗੀ, ਉਹਨੇ ਕਿਹਾ ਜੇ ਭੁੰਜੇ ਬਹਿ ਗਿਆ, ਥੱਲੇ ਬਹਿ ਗਿਆ, ਹੇਠਾਂ ਬਹਿ ਗਿਆ ਤੇ ਬੜੀ ਬੇਇੱਜ਼ਤੀ ਫੀਲ ਹੋਵੇਗੀ, ਸਾਰੇ ਮੇਰੇ ਬੰਦੇ ਆਏ ਨੇ। ਜੇ ਮੈਂ ਪੰਘੂੜੇ ਤੇ ਬਹਿ ਗਿਆ, ਉਹ ਵੀ ਤਖਤ ਤੋਂ ਨੀਵਾਂ ਹੈ, ਉਹ ਵੀ ਨੀਵਾਂ, ਤੇ ਕਹਿਣਗੇ ਵੀ ਚੌਧਰੀ ਨੀਵਾਂ ਤੇ ਗੁਰੂ ਉੱਚਾ। ਉਹਨੇ ਸੋਚਿਆ ਕਿ ਨਾ ਮੈਂ ਨੀਵੇਂ ਬਹਿਣਾ ਤੇ ਨਾ ਹੀ ਪੰਘੂੜੇ ਤੇ ਬਹਿਣਾ। ਹਾਂ, ਜਾਏ ਸਿਰਾਨੇ ਕੀ ਦਿਸ ਬੈਠਾ। ਉਹ ਗਲਤੀ ਕਰ ਬੈਠਾ। ਗੁਰੂ ਅੰਗਦ ਦੇਵ ਪਾਤਸ਼ਾਹ ਦੇ ਸਰਾਣੇ ਵਾਲੇ ਪਾਸੇ ਜਾ ਕੇ ਬਹਿ ਗਿਆ। ਸਰਦਾਰੀ ਕੇ ਮਾਨ ਅਮੈਠਾ। ਹਿਰਦੇ ਦੇ ਅੰਦਰ ਸਰਦਾਰੀ ਦਾ ਮਾਣ ਸੀਗਾ, ਹੰਕਾਰ ਸੀਗਾ। ਮੂਰਖ ਨਹਿ ਜਾਣੀ ਵਡਿਆਈ। ਮੂਰਖ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਵਡਿਆਈ ਨਹੀਂ ਜਾਣੀ। ਖਾਲਸਾ ਜੀ, ਇੱਥੇ ਕਈ ਵਾਰੀ ਗਲਤੀ ਹੋ ਜਾਂਦੀ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਬਚਨ ਨੇ, ਸਿੰਮਲ ਰੁਖ ਸਰਾਇਰਾ ਅਤ ਦੀਰਘ ਅਚ ਮੁੱਚ, ਓਏ ਜੇ ਆਵੈ ਆਸ ਕਰ ਜਾਏ ਨਿਰਾਸੈ ਕਿਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੈ ਪਤ, ਮੀਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ।
ਜਿਹੜਾ ਨਿਭ ਕੇ ਰਹਿੰਦਾ ਨਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਬੜਾ ਹੀ ਮਿੱਠਾ ਹੋ ਜਾਂਦਾ। ਜਿਸ ਦੇ ਉੱਤੇ ਮੌਸਮੀ ਦਾ ਪੇੜ ਹੁੰਦਾ ਨਾ, ਅੰਬ ਦਾ ਪੇੜ ਹੁੰਦਾ, ਉੱਤੇ ਜਦੋਂ ਅੰਬ ਲੱਗ ਜਾਂਦੇ ਨੇ ਉਹ ਪੂਰਾ ਝੁਕ ਜਾਂਦਾ। ਜਦੋਂ ਉਸ ਤੋਂ ਅੰਬ ਤੋੜ ਕੇ ਖਾਈਏ ਤਾਂ ਬੜਾ ਰਸ ਆਉਂਦਾ। ਪਰ ਜਿਹੜਾ ਸਿੰਮਲ ਦਾ ਰੁੱਖ ਹੁੰਦਾ ਉਹ ਬੜਾ ਹੀ ਉੱਚਾ ਹੁੰਦਾ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਉੱਚੇ ਦਾ ਕੀ ਫਾਇਦਾ ਜਿਹਦੇ ਉੱਤੇ ਜਿਹੜੇ ਫਲ ਨੇ ਉਹ ਵੀ ਫਿੱਕੇ ਨੇ ਤੇ ਫੁੱਲ ਜਿਹੜੇ ਨੇ ਬਕ-ਬਕੇ, ਉਹਨਾਂ ਦੇ ਅੰਦਰ ਕੋਈ ਸੁਗੰਧੀ ਨਹੀਂ। ਉਸੀ ਤਰ੍ਹਾਂ ਇਹ ਚੌਧਰੀ ਸੀਗਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਵਿਅਕਤੀ ਦੇ ਅੰਦਰ ਗੁਣ ਹੁੰਦਾ ਹੈ, ਨਿਵੇਂ ਸੋ ਗੌਰਾ ਹੋਏ, ਧਰ ਤਰਾਜੂ ਤੋਲੀਐ ਨਿਵੇਂ ਸੋ ਗੌਰਾ ਹੋਏ। ਜਿਹੜਾ ਵਿਅਕਤੀ ਦੇ ਅੰਦਰ ਗੁਣ ਹੁੰਦਾ ਹੈ ਨਾ, ਉਹ ਝੁਕ ਜਾਂਦਾ ਹੈ, ਤੇ ਜਿਹਦੇ ਉਹਦੇ ਗੁਣ ਹੁੰਦੇ ਨੇ ਨਿਵੇਂ ਸੋ ਗੌਰਾ ਹੋਏ, ਮਹਾਰਾਜ ਕਹਿੰਦੇ ਉਹ ਹੀ ਵੱਡਾ ਵਿਅਕਤੀ ਹੁੰਦਾ ਜਿਹੜਾ ਝੁਕ ਜਾਂਦਾ। ਜਿੱਥੇ ਦੋ ਬੰਦੇ ਬਹਿਸ ਕਰ ਰਹੇ ਹੋਣ, ਜਿਹੜਾ ਸਿਆਣਾ ਬੰਦਾ ਹੁੰਦਾ ਉਹ ਚੁੱਪ ਕਰ ਜਾਂਦਾ। ਉਹ ਕਹਿੰਦਾ ਇਹਨੂੰ ਬੋਲ ਲੈਣ ਦੇ, ਕ੍ਰੋਧ ਦੀ ਕਿੰਨੀ ਕਵਧ ਹੁੰਦੀ ਹੈ, 10 ਮਿੰਟ 15 ਮਿੰਟ। ਸਿਆਣੇ ਵਿਅਕਤੀ ਬਾਹਲਾ ਕ੍ਰੋਧ ਦੇ ਅੰਦਰ, ਝਗੜੇ ਦੇ ਅੰਦਰ ਨਹੀਂ ਪੈਂਦੇ, ਉਹ ਚੁੱਪ ਕਰ ਜਾਂਦੇ ਨੇ, ਕਿਉਂਕਿ ਵਾਦ ਵਿਵਾਦ ਕਰਨ ਦੇ ਨਾਲ ਝਗੜਾ ਵੱਧਦਾ ਹੈ। ਸਿਆਣੇ ਵਿਅਕਤੀ ਨੂੰ ਪਤਾ ਹੁੰਦਾ। ਹੁਣ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਨੇ, ਉਹਨਾਂ ਨੇ ਜਾਣ ਲਿਆ ਵੀ ਚੌਧਰੀ ਬੈਠ ਤਾਂ ਸਰਾਣੇ ਵਾਲੇ ਪਾਸੇ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਦੀ ਤੇ ਹੀ ਬਹਿ ਗਿਆ, ਇੱਕ ਤਰ੍ਹਾਂ ਨਾਲ ਬਰਾਬਰੀ ਕਰ ਲਈ। ਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਗੱਲ ਦਾ ਵੀ ਬੁਰਾ ਨਹੀਂ ਮੰਨਿਆ ਵੀ ਜੇ ਸਰਾਣੇ ਵਾਲੇ ਪਾਸੇ ਆ ਕੇ ਬਹਿ ਗਿਆ ਤਾਂ ਬਹਿ ਗਿਆ, ਕੋਈ ਗੱਲ ਨਹੀਂ। ਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਨ ਲੱਗੇ, ਮੈਂ ਸਰਦਾਰ ਲਖੈ ਗੁਰਬਾਈ। ਤੇ ਗੁਰੂ ਪਾਤਸ਼ਾਹ ਮਹਾਰਾਜ ਨੂੰ ਕਹਿੰਦਾ, ਮਹਾਰਾਜ ਮੈਂ ਮੱਤੇ ਦੀ ਸਰਾਂ ਦਾ ਸਰਦਾਰ ਹਾਂ। ਸ੍ਰੀ ਗੁਰ ਪਿਖ ਤੂਸ਼ਨ ਹੀ ਠਾਨੀ। ਸੱਚੇ ਪਾਤਸ਼ਾਹ ਮਹਾਰਾਜ ਨੇ ਦੇਖਿਆ ਸਰਾਣੇ ਵਾਲੇ ਪਾਸੇ ਬੈਠਾ, ਕੋਈ ਫਤਿਹ ਵੀ ਨਹੀਂ ਬੁਲਾਈ, ਆ ਕੇ ਸਰਦਾਰੀ ਦਾ ਰੋਬ ਦਿਖਾ ਰਿਹਾ। ਮਹਾਰਾਜ ਨੇ ਤੂਸ਼ਨ ਠਾਣ ਲਈ। ਤੂਸ਼ਨ ਦਾ ਅਰਥ ਹੁੰਦਾ ਚੁੱਪ ਕਰ ਜਾਣਾ। ਗੁਰੂ ਪਾਤਸ਼ਾਹ ਮਹਾਰਾਜ ਵਾਦ ਵਿਵਾਦ 'ਚ ਨਹੀਂ ਪਏ, ਕੋਈ ਉਹਨੂੰ ਭੈੜਾ ਬਚਨ ਨਹੀਂ ਕਿਹਾ, ਚੰਗਾ ਨਹੀਂ ਕਿਹਾ। ਗੁਰੂ ਪਾਤਸ਼ਾਹ ਮਹਾਰਾਜ ਚੁੱਪ ਕਰ ਗਏ। ਗੁਰੂ ਅੰਗਦ ਦੇਵ ਜੀ, ਮੇਲੀ ਜਾਨ ਨ ਕਛੂ ਬਖਾਨੀ। ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਦੇ ਨਾਲ ਬਾਹਲਾ ਗੱਲ ਕਰਨੀ ਠੀਕ ਨਹੀਂ ਸਮਝੀ, ਕਿਉਂਕਿ ਹੰਕਾਰੀ ਬੰਦੇ ਦੇ ਨਾਲ ਕੀ ਗੱਲ ਕਰੀਏ। ਜਿਹੜਾ ਵਿਅਕਤੀ ਨਿਭ ਕੇ ਆਵੇ, ਪਿੱਛੇ ਪ੍ਰਸੰਗ ਆਇਆ ਭਾਈ ਨਰੈਣ ਦਾਸ ਦਾ, ਮਹਾਰਾਜ ਨੇ ਸਿੱਖੀ ਦਿੱਤੀ। ਭਾਈ ਪਾਰੋ ਜੁਲਕਾ ਦਾ ਪ੍ਰਸੰਗ ਆਇਆ, ਮਹਾਰਾਜ ਨੇ ਪਰਮਹੰਸ ਦੀ ਪਦਵੀ ਦਿੱਤੀ। ਜਿਹੜਾ ਕੋਈ ਲੈਣ ਆਇਆ, ਜਿਹੜਾ ਹਿਰਦੇ 'ਚ ਭਾਵਨਾ ਰੱਖਦਾ ਨਾ, ਨਹਿ ਸਮਰਥੰ ਨਹਿ ਸੇਵਕੰ ਨਹਿ ਪਰਮ ਪੁਰਖ ਪੁਰਖੋਤਮੰ। ਹੇ ਮਹਾਰਾਜ, ਨਾ ਮੇਰੀ ਸਮਰੱਥਾ ਹੈ, ਨਾ ਮੈਂ ਸੇਵਾ ਕਰ ਸਕਦਾ, ਪਰ ਤੁਸੀਂ ਪਰਮ ਪੁਰਖ ਹੋ, ਸਭ ਤੋਂ ਵੱਡੇ ਹੋ। ਤੁਸੀਂ ਮਹਾਰਾਜ ਸਭ ਤੋਂ ਵੱਡੇ ਹੋ। ਉਹਨਾਂ ਨੂੰ ਮਹਾਰਾਜ ਹਿਰਦੇ ਦੇ ਅੰਦਰ ਨਾਮ ਦੀ ਦਾਤ ਪਾ ਦਿੰਦੇ ਨੇ। ਆਖਣਾ ਕਰੋ ਸਤਨਾਮ ਸ਼੍ਰੀ ਵਾਹਿਗੁਰੂ। ਸ਼ਲੋਕ ਸੰਸਕ੍ਰਿਤੀ ਦੇ ਬਚਨ ਨੇ। ਉਹਨਾਂ ਨੂੰ ਨਾਮ ਦੀ ਦਾਨ ਪ੍ਰਾਪਤ ਹੋ ਜਾਂਦਾ। ਜਿਹੜੇ ਕਹਿ ਦਿੰਦੇ ਨੇ ਮੈਂ ਕੁਝ ਨਹੀਂ ਆ, ਜਿਹੜੇ ਗੁਰੂ ਘਰ ਕੁਝ ਬਣ ਕੇ ਆ ਜਾਂਦੇ ਨੇ, ਫਿਰ ਉਹਨਾਂ ਨੂੰ ਕੁਝ ਪ੍ਰਾਪਤੀ ਵੀ ਨਹੀਂ ਹੁੰਦੀ। ਇਹ ਸ਼ੁਰੂ ਤੋਂ ਰਿਹਾ, ਸਤਜੁਗ ਤ੍ਰੇਤਾ ਦੁਆਪਰ ਦੇ ਅੰਦਰ ਵੀ ਜਦੋਂ ਜਦੋਂ ਕੋਈ ਝੁਕ ਕੇ ਆਇਆ ਸੀਗਾ, ਉਹਨੂੰ ਸਾਰੇ ਫਲਾਂ ਦੀ ਪ੍ਰਾਪਤੀ ਹੋਈ। ਜਿਹੜਾ ਕਰਨ ਸੀਗਾ ਨਾ, ਮਹਾਭਾਰਤ ਦੇ ਜੰਗ ਦੇ ਅੰਦਰ ਭਗਵਾਨ ਕ੍ਰਿਸ਼ਨ ਨੇ ਕਿਹਾ ਅਰਜੁਨ ਇੱਕੋ ਬੰਦਾ ਹੈ ਜਿਹੜਾ ਪੂਰਾ ਤਖਤ ਪਲਟ ਸਕਦਾ ਹੈ ਮਹਾਭਾਰਤ ਦਾ, ਉਹ ਹੈ ਕਰਨ। ਇਸ ਕਰਕੇ ਤੂੰ ਉਹਦੇ ਨਾਲ ਯੁੱਧ 'ਚ ਨਹੀਂ ਜਿੱਤ ਸਕਦਾ। ਕਿਉਂ ਮਹਾਰਾਜ? ਮੇਰੇ ਗੁਰੂ ਦਰੋਣਾਚਾਰਿਆ ਨੇ ਉਹ ਕਹਿੰਦੇ ਨਹੀਂ, ਤੂੰ ਕਰਨ ਤੋਂ ਨਹੀਂ ਜਿੱਤ ਸਕਦਾ। ਕਿਉਂ? ਉਹ ਕਹਿੰਦੇ ਉਹ ਦਾਨਵੀਰ ਹੈ। ਉਹ ਸਵੇਰੇ ਰੋਜ਼ ਉੱਠ ਕੇ ਕੋਈ ਵੀ ਉਹਦੇ ਦਰ ਤੇ ਆਵੇ ਨਾ ਬਾਹਰ, ਉਹਨੂੰ ਦਾਨ ਕਰ ਦਿੰਦਾ। ਉਸ ਦਾਨ ਦੇ ਕਰਕੇ ਉਹਦੇ ਹਿਰਦੇ 'ਚ ਬੜਾ ਬਲ ਹੈ, ਉਹਨੂੰ ਕੋਈ ਨਹੀਂ ਸੰਸਾਰ ਤੇ ਹਰਾ ਸਕਦਾ। ਤੂੰ ਬੜਾ ਵੱਡਾ ਧਨੁਰਧਰ ਹੈ, ਪਰ ਕਰਨ ਤੋਂ ਵੱਡਾ ਨਹੀਂ, ਕਿਉਂਕਿ ਉਹਦੇ ਕੋਲ ਵਿਦਿਆ ਦੇ ਨਾਲ ਨਾਲ ਜਿਹੜਾ ਦਾਨ ਕੀਤਾ ਉਹਦਾ ਪ੍ਰਤਾਪ ਹੈ। ਜਦੋਂ ਇਹ ਗੱਲ ਸੁਣੀ ਤੇ ਭਗਵਾਨ ਕ੍ਰਿਸ਼ਨ ਨੂੰ ਕਿਹਾ ਅਰਜਨ ਨੇ, ਮਹਾਰਾਜ ਫਿਰ ਤਾਂ ਅਸੀਂ ਜੰਗ ਹਾਰ ਜਾਵਾਂਗੇ। ਇੰਨੀ ਗੱਲ ਸੁਣੀ ਭਗਵਾਨ ਕ੍ਰਿਸ਼ਨ ਨੇ ਕਿਹਾ ਜੰਗ ਨਹੀਂ ਹਾਰਨ ਦਿੰਦੇ, ਕਿਉਂਕਿ ਭਗਵਾਨ ਕ੍ਰਿਸ਼ਨ ਵੀ ਲੀਲਾ ਪੁਰਸ਼ੋਤਮ ਆਏ। ਉਹ ਸਵੇਰੇ ਕਰਨ ਦੇ ਕੋਲ ਬ੍ਰਾਹਮਣ ਬਣ ਕੇ ਚਲੇ ਗਏ, ਕਿਉਂਕਿ ਕਰਨ ਦੇ ਕੋਲ ਇੱਕ ਕਵਚ ਤੇ ਕੁੰਡਲ ਸੀਗੇ, ਜਿਹਦੇ ਕਰਕੇ ਉਹਨੂੰ ਕੋਈ ਛੇਦ ਨਹੀਂ ਸਕਦਾ ਸੀ, ਹਰਾ ਨਹੀਂ ਸਕਦਾ ਸੀ। ਬ੍ਰਾਹਮਣ ਬਣ ਕੇ ਗਏ। ਜਦੋਂ ਸਵੇਰੇ ਸੂਰਿਆ ਨੂੰ ਪਾਣੀ ਦੇ ਰਿਹਾ ਸੀ ਕਰਨ, ਭਗਵਾਨ ਕ੍ਰਿਸ਼ਨ ਕਿਹਾ ਭਿਕਸ਼ਾਮ ਦੇਹੀ, ਕਿਹਾ ਬ੍ਰਾਹਮਣ ਦੇਵ ਮੰਗੋ, ਕੀ ਮੰਗਦੇ ਹੋ? ਕਹਿੰਦੇ ਤੇਰੇ ਕਵਚ ਤੇ ਕੁੰਡਲ ਦੋਨੋਂ ਚਾਹੀਦੇ ਨੇ। ਮਹਾਭਾਰਤ ਦਾ ਜੰਗ ਲੱਗਿਆ ਹੋਇਆ ਸੀਗਾ। ਸਵੇਰੇ ਸੂਰਿਆ ਜਦੋਂ ਸੂਰਿਆ ਨੂੰ ਜਲ ਚਲਾਉਣ ਤੋਂ ਬਾਅਦ ਬ੍ਰਾਹਮਣ ਨੇ ਭਗਵਾਨ ਕ੍ਰਿਸ਼ਨ ਰੂਪ 'ਚ ਮੰਗਿਆ। ਕਰਨ ਹੈਰਾਨ ਹੋ ਗਿਆ, ਕਹਿੰਦਾ ਮੈਨੂੰ ਦੇਣ ਦੇ ਅੰਦਰ ਕੋਈ ਆਪੱਤੀ ਨਹੀਂ, ਮੈਂ ਦੇ ਦੇਵਾਂਗਾ।
ਕਹਿੰਦਾ ਮੇਰਾ ਸੁਭਾਅ ਹੈ ਵੀ ਦਾਨ ਕਰਨਾ ਹੀ ਕਰਨਾ, ਜੋ ਮਰਜ਼ੀ ਦਰਵਾਜ਼ੇ ਤੇ ਆ ਜਾਵੇ, ਪਰ ਤੁਸੀਂ ਬ੍ਰਾਹਮਣ ਨਹੀਂ ਹੋ, ਕਿਉਂਕਿ ਬ੍ਰਾਹਮਣ ਦਾ ਕਵਚ ਤੇ ਕੁੰਡਲ ਨਾਲ ਕੀ ਲੈਣਾ ਦੇਣਾ। ਇੰਨੀ ਗੱਲ ਸੁਣੀ, ਭਗਵਾਨ ਕ੍ਰਿਸ਼ਨ ਨੇ ਆਪਣਾ ਸਰੂਪ ਦਿਖਾਇਆ ਤੇ ਦਰਸ਼ਨ ਦੇ ਦਿੱਤੇ, ਪਰ ਹੁਣ ਕਵਚ ਤੇ ਕੁੰਡਲ ਦੇ ਦਿੱਤੇ ਤੇ ਜੰਗ ਦੇ ਅੰਦਰ ਅਰਜੁਨ ਨੇ ਉਹਨੂੰ ਛੇਕ ਦਿੱਤਾ, ਮਾਰ ਦਿੱਤਾ। ਸੋ ਗੱਲ ਤੋਂ ਮੁਕਤਸਰ ਕੀ ਹੈ ਕਿ ਜਿਹੜਾ ਵਿਅਕਤੀ ਗੁਰੂ ਘਰ ਦੇ ਅੰਦਰ ਨਿਭ ਕੇ ਰਹਿੰਦਾ ਉਹ ਸਭ ਕੁਝ ਪ੍ਰਾਪਤ ਕਰ ਦਿੰਦਾ ਹੈ। ਦਾਨਵੀਰ ਕਰਨ ਨੂੰ ਇਹ ਸਾਰਾ ਸੰਸਾਰ ਦਾਨਵੀਰ ਕਰਕੇ ਜਾਣਦਾ ਹੈ। ਕਿਉਂਕਿ ਆਪਣੀ ਮੌਤ ਆਪ ਲਿਖ ਕੇ ਦੇ ਦਿੱਤੀ ਦਾਨ ਦੇ ਅੰਦਰ। ਸੋ ਖਾਲਸਾ ਜੀ, ਜੇ ਸੰਸਾਰ ਦੇ ਉੱਤੇ ਕੁਝ ਪ੍ਰਾਪਤੀ ਕਰਨੀ ਹੈ ਤੇ ਮਹਾਰਾਜ ਕਹਿੰਦੇ ਨਿਭ ਕੇ ਰਹਿਣਾ ਪਵੇਗਾ। ਨਿਵੈ ਸੋ ਗੌਰਾ ਹੋਏ, ਉਹ ਵਿਅਕਤੀ ਗੂੜਾ ਹੋਵੇਗਾ, ਭਾਰਾ ਹੋਵੇਗਾ, ਗੌਰਾ ਹੋਵੇਗਾ, ਉਹਦੇ ਵਜ਼ਨ ਹੋਵੇਗਾ ਜਿਹੜਾ ਵਿਅਕਤੀ ਨਿਭ ਕੇ ਰਹੇਗਾ। ਬੈਠ ਘੜੀ ਕਰ ਗਮਨਿਓ ਮੂੜ। ਹੁਣ ਜਿਹੜਾ ਉਹ ਵਿਅਕਤੀ ਸੀਗਾ ਉਹ ਬੈਠਿਆ ਘੜੀ ਕੁਝ ਕੁ ਦੇਰ ਬਾਅਦ ਵਿਅਕਤੀ ਚਲਾ ਗਿਆ। ਚੌਧਰੀ ਜਿਹੜਾ ਸੀਗਾ ਬੈਠਿਆ, ਕੋਈ ਗੱਲ ਹੀ ਨਾ ਕਰੀ, ਕਿਉਂਕਿ ਹੰਕਾਰੀ ਵਿਅਕਤੀ ਜਿਹੜਾ ਹੈ ਨਾ ਉਹ ਸੰਗਤ ਵਿੱਚ ਬੈਠ, ਹੁਣ ਅੱਜ ਸੰਗਤ ਦੇ ਅੰਦਰ ਕਿੰਨੇ ਵਿਅਕਤੀ ਆਉਂਦੇ ਨੇ ਪਰ ਤਾਲਮੇਲ ਨਹੀਂ ਬੈਠ ਪਾਉਂਦਾ। ਤਾਲਮੇਲ ਕੀ ਨਹੀਂ ਬੈਠ ਪਾਉਂਦਾ? ਮਨ ਦੇ ਅੰਦਰ ਪੰਜੋ ਵਿਸ਼ੇ ਵਿਕਾਰਾਂ ਦੀ ਅਗਨ ਤੰਗ ਕਰ ਰਹੀ ਹੈ। ਕਥਾ ਕੀਰਤਨ ਜਿਹੜਾ ਹੈ ਉਹ ਕਾਮ ਨੂੰ, ਕ੍ਰੋਧ ਨੂੰ, ਲੋਭ ਮੋਹ ਹੰਕਾਰ ਨੂੰ ਮਾਰਨ ਵਾਲਾ ਹੈ। ਉਹ ਜਦੋਂ ਆਰਪੀਐਮ ਦੋਨਾਂ ਦੇ ਮੈਚ ਨਹੀਂ ਹੁੰਦੇ ਉੱਠ ਕੇ ਚਲਾ ਜਾਂਦਾ ਵੀ ਇਹ ਤੇ ਮੇਰੇ ਮਤਲਬ ਦੀ ਗੱਲ ਨਹੀਂ ਚੱਲ ਰਹੀ। ਸਿਨੇਮੇ ਦੇ ਅੰਦਰ 3 ਘੰਟੇ ਅੱਖ ਗੱਡ ਕੇ ਕਿੱਦਾਂ ਦੀ ਵੀ ਪਿਕਚਰ ਹੋਵੇ, ਐਕਸ਼ਨ ਹੋਵੇ, ਹਾਰਰ ਹੋਵੇ, ਧਿਆਨ ਨਾਲ ਦੇਖਦਾ। ਕਿਉਂਕਿ ਜੋ ਅੰਦਰ ਹੈ ਉਹ ਬਾਹਰ ਚੱਲ ਰਿਹਾ ਹੈ। ਆਪਸ ਦੇ ਅੰਦਰ ਏਕਤਾ ਬਣ ਗਈ। ਜੇ ਹਿਰਦੇ ਦੇ ਅੰਦਰ ਭਗਤੀ ਦੀ ਇੱਛਾ ਹੋਵੇਗੀ, ਸ਼ਰਧਾ ਹੋਵੇਗੀ, ਸੰਗਤ ਦੇ ਅੰਦਰ ਬੈਠ ਕੇ ਰਸ ਆਵੇਗਾ। ਜੇ ਸੰਗਤ ਦੇ ਅੰਦਰੋਂ ਮਨ ਕਾਲਾ ਪੈ ਰਿਹਾ, ਉੱਠ ਰਿਹਾ, ਇਹ ਇੱਕ ਨਿਸ਼ਾਨੀ ਹੈ ਵੀ ਹਿਰਦੇ ਦੇ ਅੰਦਰ ਹਜੇ ਸ਼ਰਧਾ ਵਾਲੇ ਫੁੱਲ ਨਹੀਂ ਉਪਜੇ। ਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਚੌਧਰੀ ਬੈਠਾ। ਗੁਰੂ ਪਾਤਸ਼ਾਹ ਮਹਾਰਾਜ ਸਭ ਕੁਝ ਦੇਣ ਵਾਲੇ ਨੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਿਆ ਵਸ ਹੈ ਕਾਮ ਧੇਨਾ। ਕਾਮ ਧੇਨ ਗਊ ਵੀ ਜੋ ਨਹੀਂ ਦੇ ਸਕਦੀ ਸੀ ਉਹ ਗੁਰੂ ਅੰਗਦ ਦੇਵ ਮਹਾਰਾਜ ਦੇ ਸਕਦੇ ਸੀ। ਚਾਰੇ ਪਦਾਰਥ ਦੇ ਸਕਦੇ ਸੀ। 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਗੁਰੂ ਪਾਤਸ਼ਾਹ ਮਹਾਰਾਜ ਕੋ ਸੇਵਾ ਕਰਦਾ ਸਭ ਕੁਝ ਪ੍ਰਾਪਤ ਹੋ ਜਾਣਾ ਸੀ। ਪਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਕੋਲ ਬੈਠਾ, ਕੋਈ ਬਚਨ ਹੀ ਨਾ ਕੀਤਾ। ਗੁਰੂ ਪਾਤਸ਼ਾਹ ਮਹਾਰਾਜ ਨੇ ਵੀ ਨਹੀਂ ਕੀਤਾ ਤੇ ਉਹ ਚਲਾ ਗਿਆ ਉੱਠ ਕੇ। ਇਸ ਕਰਕੇ ਗੁਰੂ ਘਰ ਦੇ ਅੰਦਰ ਆ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਸਿੱਖੀ ਮੰਗਣੀ ਚਾਹੀਦੀ ਹੈ, ਸ਼ਰਧਾ ਮੰਗਣੀ ਚਾਹੀਦੀ ਹੈ, ਭਾਵਨਾ ਮੰਗਣੀ ਚਾਹੀਦੀ ਹੈ। ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਨੂੰ ਕੋਈ ਦੱਸਾਂਗੇ ਵੀ ਸਾਨੂੰ ਆਹ ਚੀਜ਼ ਚਾਹੀਦੀ ਹੈ ਤਾਂ ਹੀ ਮਹਾਰਾਜ ਦੇਣਗੇ ਨਾ। ਅਸੀਂ 4 ਜਿਹੜੀ ਅਰਥ, ਕਾਮ, ਇਹਨਾਂ ਚੀਜ਼ਾਂ ਨੂੰ ਤਾਂ ਮੰਗ ਲੈਂਦੇ ਆ। ਧੀਆਂ ਪੁੱਤਰ ਮੰਗ ਲੈਂਦੇ ਆ, ਪੈਸਾ ਮੰਗ ਲੈਂਦੇ ਆ, ਗੱਡੀਆਂ ਘਰ ਮੰਗ ਲੈਂਦੇ ਆ, ਪਰ ਮਹਾਰਾਜ ਤੋਂ ਮੋਕਸ਼ ਤੇ ਭਗਤੀ ਨਹੀਂ ਮੰਗਦੇ। ਉਸ ਕਰਕੇ ਗੁਰੂ ਪਾਤਸ਼ਾਹ ਜੋ ਤੂੰ ਮੰਗਦਾ ਉਹ ਦੇ ਹੀ ਜਾਂਦੇ ਨੇ। ਜੇ ਤੂੰ ਉਸ ਤੋਂ ਗਾਹਾਂ ਦੀ ਚੀਜ਼ ਮੰਗ ਲਵੇਂ ਤੇ ਉਹ ਜਿਹੜੀਆਂ ਪਹਿਲੀਆਂ 2 ਨੇ ਉਹ ਆਪੇ ਹੀ ਤੁਰ ਕੇ ਆ ਜਾਣਗੀਆਂ। ਚੌਧਰੀ ਨੇ ਕੋਈ ਬਚਨ ਕੀਤਾ ਨਾ, ਗੁਰੂ ਪਾਤਸ਼ਾਹ ਮਹਾਰਾਜ ਕੋਲ ਉੱਠ ਕੇ ਚਲਾ ਗਿਆ, ਵੰਚਿਤ ਰਹਿ ਗਿਆ। ਮਹਿਮਾ ਲਖੀ ਨਾ ਗਨ ਗਨ ਗੂੜ। ਉਹਨੇ ਗੁਰੂ ਅੰਗਦ ਦੇਵ ਮਹਾਰਾਜ ਦੀ ਮਹਿਮਾ ਹੀ ਨਹੀਂ ਜਾਣੀ ਕਿ ਜੇ ਕੋਈ ਸਾਧੂ ਮਹਾਤਮਾ ਕੋਲ ਆ ਜਾਈਏ ਨਾ, ਜਿਹੜੀ ਚੀਜ਼ ਚਾਹੀਦੀ ਹੈ ਉਹ ਪ੍ਰਾਪਤ ਹੋ ਸਕਦੀ ਹੈ ਸੰਸਾਰ ਦੀ। ਸਾਧੂ ਮਹਾਤਮਾ ਤੋਂ ਕੁਝ ਵੀ ਐਸਾ ਨਹੀਂ ਹੈ ਕਿ ਜੋ ਨਹੀਂ ਹੈ ਉਹਨਾਂ ਦੇ ਚਰਨਾਂ ਦੇ ਅੰਦਰ, ਪਰ ਸੇਵਾ ਜਿਹੜੀ ਹੈ ਉਹ ਕਰਨੀ ਪੈਂਦੀ ਹੈ ਉਹਨਾਂ ਦੀ ਚਰਨਾਂ ਦੀ। ਉਹਨਾਂ ਦੇ ਕੋਲ ਆਪਣਾ ਮਨ ਤੇ ਤਨ ਸੌਂਪ ਕੇ 4 ਪਦਾਰਥ ਮਿਲਦੇ ਨੇ। ਚੌਧਰੀ ਨੇ ਕੋਈ ਬਚਨ ਨਾ ਕੀਤਾ, ਗੁਰੂ ਪਾਤਸ਼ਾਹ ਕੋਲ ਉੱਠ ਕੇ ਚਲਾ ਗਿਆ ਤੇ ਵੰਚਿਤ ਹੀ ਰਹਿ ਗਿਆ। ਪਿੱਛੇ ਸਿਖਿਆਨ ਗੁਰ ਸੰਗ ਕਹਿਓ। ਹੁਣ ਪਿੱਛੇ ਜਿਹੜੀ ਸੰਗਤ ਸਾਰੀ ਬੈਠੀ ਸੀ, ਕੋਈ ਥੱਲੇ ਬੈਠੀ ਸੀ, ਪੰਗੂੜਾ ਖਾਲੀ ਪਿਆ ਸੀ, ਗੁਰੂ ਪਾਤਸ਼ਾਹ ਤਖਤ ਤੇ ਬੈਠੇ ਸੀਗੇ। ਸਾਰੀ ਸੰਗਤ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬਚਨ ਕੀਤੇ। ਇਹ ਤੋਂ ਅਤ ਮੂਰਖ ਹੀ ਲਹਿਓ। ਸੱਚੇ ਪਾਤਸ਼ਾਹ ਇਹ ਤਾਂ ਮੂਰਖ ਹੀ ਰਹਿ ਗਿਆ। ਕਿਉਂ ਮੂਰਖ ਕਿਉਂ ਰਹਿ ਗਿਆ? ਇੱਕ ਤਾਂ ਆਪਣੇ ਲਈ ਕੁਝ ਮੰਗਿਆ ਨਹੀਂ, ਦੂਸਰੀ ਗੱਲ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਆ ਕੇ ਪੰਗੂੜੇ ਤੇ ਬਹਿ ਗਿਆ। ਉਚਿਤ ਅਵਨ ਪਰ ਬੈਠਨ ਇਹਾਂ। ਸੱਚੀ ਪਾਤਸ਼ਾਹ ਵੈਸੇ ਤਾਂ ਉਚਿਤ ਇਹ ਗੱਲ ਸੀਗੀ ਵੀ ਉਹ ਪੁੰਜੇ ਬੈੰਦਾ। ਅਵਨੀ ਕਹਿੰਦੇ ਨੇ ਧਰਤੀ ਦਾ ਦੂਸਰਾ ਨਾਮ ਅਵਨੀ ਵੀ ਹੈ। ਧਰਤੀ ਦੇ ਕਈ ਨਾਮ ਨੇ, ਪ੍ਰਿਥਵੀ ਹੈ, ਅਵਨੀ ਹੈ, ਅਰਥ ਹੈ, ਲੈਂਡ ਹੈ, ਕਿੰਨੇ ਹੀ ਨਾਮ ਨੇ ਧਰਤੀ ਦੇ, ਪਰਾਇਵਾਚੀ ਸ਼ਬਦ। ਇਨ ਸ਼ਬਦਾਂ ਦਾ ਖਾਲਸਾ ਜੀ ਸਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਹੈ ਨਾ, ਜੇ ਅੱਜ ਕਹਿੰਦੇ ਆ ਨਾ
ਬਈ ਖਾਲੀ ਪੰਜਾਬੀ ਪੜੋ, ਪੰਜਾਬੀ ਪੜੋ, ਪੰਜਾਬੀ ਪੜੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਝ ਆ ਜਾਏਗਾ, ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਤੇ ਸੰਸਕ੍ਰਿਤੀ ਵੀ ਬਾਣੀ ਹੈ, ਫਾਰਸੀ ਵੀ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਕੋਈ ਸੰਸਾਰ ਦੀ ਭਾਸ਼ਾ ਨਹੀਂ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਛੁਪਾਈ ਹੋਈ। ਗੁਰੂ ਗ੍ਰੰਥ ਸਾਹਿਬ ਤੇ ਇੱਕ ਬਹੁਤ ਮਹਾਨ ਸਰਵੋਤਮ ਗ੍ਰੰਥ ਨੇ, ਅਕਾਲ ਪੁਰਖ ਵਾਹਿਗੁਰੂ ਦੀ ਧੁਰ ਦੀ ਬਾਣੀ ਹੈ। ਉਹਨੂੰ ਪੜ੍ਹਨ ਦੇ ਲਈ ਤੇ ਕਿੰਨੀਆਂ ਭਾਸ਼ਾਵਾਂ ਪੜ੍ਹਨੀ ਪੈਣੀਆਂ, ਇਕੱਲੀ ਗੁਰਮੁਖੀ ਨਾਲ ਗੱਲ ਨਹੀਂ ਬਣਨੀ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੇ ਕੋਈ ਪੜ੍ਹਨ ਦੀ ਇੱਛਾ ਰੱਖਦਾ ਹੈ ਨਾ, ਉਹ ਮਹਾਰਾਜ ਨੇ ਨਾਮ ਸਾਡੇ ਨਾਲ ਕੀ ਦਿੱਤਾ, ਸਿੱਖ, ਵੀ ਸਾਰੀ ਉਮਰ ਸਿੱਖਦਾ ਰਹੇ। ਕੋਈ ਬ੍ਰਹਮ ਗਿਆਨੀ ਵੀ ਬਣ ਜਾਵੇ, ਫਿਰ ਵੀ ਉਹਨੂੰ ਪੁੱਛੀਏ ਭਾਈ ਸਾਹਿਬ ਤੁਹਾਡਾ ਧਰਮ ਕੀ ਹੈ, ਕਹੇਗਾ ਮੈਂ ਸਿੱਖ ਹਾਂ। ਸਿੱਖ ਦਾ ਮਤਲਬ ਹੈ ਫੋਰ ਐਵਰ ਲਰਨਿੰਗ, ਹਰ ਟਾਈਮ ਤੂੰ ਸਿੱਖਣਾ ਹੀ ਸਿੱਖਣਾ। ਇਹ ਸਾਡੇ ਨਾਲ ਤਖੱਲੁਸ ਲੱਗਿਆ ਵੀ ਇਹ ਸਿੱਖ ਹੈ। ਕੋਈ ਬ੍ਰਹਮ ਗਿਆਨੀ ਵੀ ਬਣ ਜਾਵੇ, ਕੋਈ ਅਗਿਆਨੀ ਵੀ ਹੈ, ਉਹ ਸਿੱਖ ਹੈ। ਸਿੱਖ ਦਾ ਕੰਮ ਹੀ ਹੈ ਹਰ ਵੇਲੇ ਸਿੱਖਣਾ। ਜਿੰਨਾ ਸਿੱਖਾਂਗੇ ਉਨਾ ਗੁਰੂ ਪਾਤਸ਼ਾਹ ਦੀ ਖੁਸ਼ੀ ਮਿਲੇਗੀ। ਤੋ ਮਹਾਰਾਜ ਦੇ ਸਿੱਖ ਕਹਿੰਦੇ, ਮਹਾਰਾਜ ਉਹ ਅਵਨੀ ਤੇ ਬੈਠ ਜਾਂਦਾ, ਧਰਤੀ ਤੇ ਬੈਠ ਜਾਂਦਾ, ਪੁੰਨ ਨ ਪੰਗੂਰੇ ਕੀ ਦਸਲਹਾ। ਪਰ ਉਹਨੇ ਪੰਗੂੜੇ ਤੇ ਵੀ ਨਹੀਂ ਬੈਠਾ। ਦੂਜੀ ਗਲਤੀ ਇਹ ਕਰ ਬੈਠਾ, ਵੈਸੇ ਧਰਤੀ ਤੇ ਬਹਿਣਾ ਚਾਹੀਦਾ ਸੀ ਚੌਧਰੀ ਨੂੰ, ਪਰ ਉਹ ਪੰਗੂੜੇ ਤੇ ਵੀ ਨਹੀਂ ਬੈਠਾ। ਬਰਜਤ ਬਰਜਤ ਜਾਏ ਸਿਰਾਨੇ। ਤੇ ਰੁਕਦਾ ਰੁਕਦਾ ਫੇਰ ਜਾ ਕੇ ਸੱਚੇ ਪਾਤਸ਼ਾਹ ਦੇ ਪੰਗੂੜੇ ਤੇ, ਗੁਰੂ ਪਾਤਸ਼ਾਹ ਮਹਾਰਾਜ ਦੇ ਤਖਤ ਤੇ ਬਹਿ ਗਿਆ, ਉਹ ਵੀ ਸਰਾਣੇ ਵਾਲੇ ਪਾਸੇ। ਬੈਠਿਓ ਕੁਛ ਨਿਆਦ ਜਾਣੇ। ਹਾਂਜੀ, ਬੈਠਿਓ ਕੁਛ ਨਿਆਦਾਬ ਨਿਆਇਤ ਜਾਏ। ਬੜੀ ਬੇਦਬੀ ਦੇ ਨਾਲ ਬਹਿ ਗਿਆ। ਗੁਰੂ ਪਾਤਸ਼ਾਹ ਮਹਾਰਾਜ ਨੂੰ ਨਿਵਿਆ ਵੀ ਨਹੀਂ ਤੇ ਬੇਦਬੀ ਦੇ ਨਾਲ ਜਾ ਕੇ ਤਖਤ ਤੇ ਬੈਠ ਗਿਆ। ਸੁਨ ਸ੍ਰੀ ਅੰਗਦ ਸਹਿਜ ਸੁਭਾਏ। ਹੁਣ ਗੁਰੂ ਅੰਗਦ ਦੇਵ ਮਹਾਰਾਜ ਸਹਿਜ ਸੁਭਾਏ, ਨਾ ਵਰ ਦਿੱਤਾ ਨਾ ਸ਼ਰਾਬ ਦਿੱਤਾ। ਇੱਕ ਖਾਲਸਾ ਜੀ ਬੋਲਣਾ ਹੁੰਦਾ ਸਹਿਜ ਸੁਭਾਏ, ਉਹਦੇ ਅੰਦਰ ਕੋਈ ਕਿਸੇ ਦਾ ਬੁਰਾ ਚਿਤਵ ਕੇ ਨਹੀਂ, ਕੋਈ ਚੰਗਾ ਚਿਤਵ ਕੇ ਨਹੀਂ। ਸਾਧੂ ਜਿਹੜਾ ਬਚਨ ਉਹ ਸਹਿਜ ਸੁਭਾਏ ਕਰ ਦਿੰਦਾ। ਗੁਰੂ ਪਾਤਸ਼ਾਹ ਮਹਾਰਾਜ ਸਹਿਜ ਸੁਭਾਏ ਬੋਲ ਪਏ। ਬਾਕ ਬਖਾਨਿਓ ਸਭਨ ਸੁਨਾਏ। ਸਾਰੀ ਸੰਗਤ ਬੈਠੀ ਸੀਗੀ ਮੱਤੇ ਕੀ ਸਰਾਂ ਵਿਖੇ। ਗੁਰੂ ਪਾਤਸ਼ਾਹ ਨੇ ਸਹਿਜ ਸੁਭਾਏ ਬਚਨ ਕਰ ਦਿੱਤਾ। ਪਲੰਗ ਪੰਗੂਰਾ ਕਛੂ ਨ ਰਹਿਓ। ਆਖਣਾ ਕਰੋ ਸਤਨਾਮ ਸ਼੍ਰੀ ਵਾਹਿਗੁਰੂ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਸਾਧੂ ਜਿਹੜਾ ਹੁੰਦਾ ਨਾ ਉਹ ਸਹਿਜ ਸੁਭਾਏ ਬੋਲ ਦਿੰਦਾ, ਪਰ ਪਰਮਾਤਮਾ ਜਿਹੜਾ ਉਹਦੀ ਗੱਲ ਪੂਰੀ ਕਰ ਦਿੰਦਾ। ਉਸਨੇ ਸਹਿਜ ਸੁਭਾਏ ਬੋਲ ਗਏ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ, ਨਾ ਪੰਗੂੜਾ ਰਹੇਗਾ ਤੇ ਨਾ ਹੀ ਮੰਜੇ ਰਹਿਣਗੇ, ਨਾ ਹੀ ਚੌਧਰੀ ਰਹੇਗਾ। ਮਹਾਰਾਜ ਕਹਿੰਦੇ ਗਰਕ ਹੋ ਜਾਵੇਗਾ ਸਭ ਕੁਝ। ਅਬ ਤੇ ਇਨਕੋ ਸਭ ਕੁਛ ਦਹਿਓ। ਦਹਿਓ ਦਾ ਅਰਥ ਹੁੰਦਾ ਜਲ ਜਾਵੇਗਾ। ਮਹਾਰਾਜ ਕਹਿੰਦੇ ਸਾਰਾ ਕੁਝ ਖਤਮ ਹੋ ਜਾਵੇਗਾ। ਹੰਕਾਰੀ ਬਣ ਕੇ ਆਇਆ ਨਾ, ਗੁਰੂ ਘਰ ਤੋਂ ਕੁਝ ਲੈ ਕੇ ਕੀ ਜਾਣਾ ਸੀਗਾ। ਮਹਾਰਾਜ ਕਹਿੰਦੇ ਚੌਧਰੀ ਹੈ, ਉਹ ਚੌਧਰੀ ਜਿਹੜੇ ਚੌਧਰੀ ਪੰਗੂੜੇ ਤੇ ਬਹਿੰਦੇ ਨੇ ਨਾ, ਮਹਾਰਾਜ ਕਹਿੰਦੇ ਪੰਗੂੜਾ ਤੇ ਪਲੰਗ ਦੋਨੋਂ ਹੀ ਨਹੀਂ ਰਹਿਣਗੇ ਤੇ ਸਭ ਕੁਝ ਦਹਨ ਹੋ ਜਾਵੇਗਾ। ਕਰਨ ਬੇਅਦਬੀ ਬੜੇ ਨਕੇਰੀ। ਇਹਨਾਂ ਨੇ ਬੇਦਬੀ ਕੀਤੀ ਹੈ, ਕਿਉਂਕਿ ਖਾਲਸਾ ਜੀ ਇਹ ਗੱਲ ਬੜੀ ਪੇਚੀਦਾ, ਧਿਆਨ ਦੇਣਾ। ਜੇ ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬੇਦਬੀ ਕਰਦਾ, ਗੁਰੂ ਪਾਤਸ਼ਾਹ ਨੇ ਕੁਝ ਨਹੀਂ ਕਹਿਣਾ ਸੀ। ਉਹ ਗੱਦੀ ਤੇ ਬੈਠ ਗਿਆ। ਗੱਦੀ ਕਿਹਨਾਂ ਦੀ ਹੈ? ਗੁਰੂ ਨਾਨਕ ਦੇਵ ਮਹਾਰਾਜ ਦੀ। ਇਹ ਗੱਲ ਬੜੀ ਸਮਝਣ ਵਾਲੀ ਹੈ, ਜਰਾ 2 ਮਿੰਟ ਧਿਆਨ ਦਿਓ। ਜਦੋਂ ਰਾਏ ਸੱਤੇ ਤੇ ਬਲਵੰਡ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰ ਤੇ ਕੀਰਤਨ ਕਰਦੇ ਸੀਗੇ, ਉਹਨਾਂ ਨੇ ਕਿਹਾ ਮਹਾਰਾਜ ਸਾਡੀ ਲੜਕੀ ਦਾ ਵਿਆਹ ਹੈ, ਸਾਨੂੰ ਕਿਰਪਾ ਕਰੋ ਪਾਤਸ਼ਾਹ ਕੁਝ ਪੈਸੇ ਦੇ ਦਿਓ। ਮਹਾਰਾਜ ਨੇ ਕਿਹਾ ਬਈ ਮੁਖ ਤੋਂ ਬੋਲੋ ਕਿੰਨੇ ਪੈਸੇ ਚਾਹੀਦੇ ਨੇ। ਕਿਹਾ ਮਹਾਰਾਜ ਜਿੰਨਾ ਵਿਸਾਖੀ ਤੇ ਕੀਰਤਨ ਕਰਾਂਗੇ ਸਾਰਾ ਚੜਾਵਾ ਸਾਡਾ। ਗੁਰੂ ਪਾਤਸ਼ਾਹ ਕਿਹਾ 7 ਬਚਨ। ਵਿਸਾਖੀ ਤੇ ਮੀਂਹ ਪੈ ਗਿਆ, ਕੀਰਤਨ ਹੋਇਆ, ਚੜਾਵਾ ਬਹੁਤ ਘੱਟ ਚੜਿਆ। ਬੇਟੀ ਦਾ ਵਿਆਹ ਸੀ, ਵਿਆਹ ਦੇ ਲਈ ਪੈਸੇ ਬਹੁਤ ਘੱਟ ਹੋਏ ਤੇ ਗੁਰੂ ਪਾਤਸ਼ਾਹ ਮਹਾਰਾਜ ਕੋਲ ਪਹੁੰਚ ਗਏ। ਕਹਿੰਦੇ ਮਹਾਰਾਜ ਤੁਸੀਂ ਸੰਗਤ ਨੂੰ ਮਨਾ ਕਰ ਦਿੱਤਾ ਵੀ ਘੱਟ ਆਇਓ, ਵੀ ਤਾਂ ਕਿ ਤੁਹਾਡੇ ਸੰਗਤ ਦੇ ਪੈਸੇ ਸੱਤੇ ਤੇ ਬਲਵੰਡ ਨੂੰ ਨਾ ਜਾਣ। ਮਹਾਰਾਜ ਕਹਿੰਦੇ ਐਸਾ ਅਸੀਂ ਬਿਲਕੁਲ ਨਹੀਂ ਕੀਤਾ, ਤੇ ਨਾਲੇ ਅਸੀਂ ਤਾਂ ਤੁਹਾਨੂੰ ਕਿਹਾ ਸੀ ਮੂੰਹ ਮੰਗੇ ਪੈਸੇ ਲੈ ਲਓ, ਤੁਸੀਂ ਆਪਣੇ ਆਪ ਕਿਹਾ ਕਿ ਜਿੰਨਾ ਚੜਾਵਾ ਚੜਦਾ ਉਹ ਚਾਹੀਦਾ, ਅਸੀਂ ਤੇ ਤੁਹਾਡੀ ਗੱਲ ਨੂੰ ਪਹਿਲ ਦਿੱਤੀ ਹੈ। ਨਹੀਂ ਮਹਾਰਾਜ ਸਾਡੇ ਕਰਕੇ ਦਰਬਾਰ 'ਚ ਕੀਰਤਨ ਹੁੰਦਾ ਹੈ, ਤੁਹਾਡੀ ਸ਼ੋਭਾ ਸਾਡੇ ਕਰਕੇ ਹੈ। ਮਹਾਰਾਜ ਨੇ ਕੁਝ ਬਚਨ ਨਹੀਂ ਕੀਤਾ। ਬੇਦਬੀ ਵਾਲੇ ਬਚਨ ਵੀ ਕਹਿਣ ਲੱਗ ਪਏ ਗੁਰੂ ਪਾਤਸ਼ਾਹ ਨੂੰ, ਕੁਬੋਲ ਬੋਲਣ ਲੱਗ ਪਏ। ਮਹਾਰਾਜ ਕੁਝ ਨਹੀਂ ਬੋਲੇ। ਬੋਲਦੇ ਬੋਲਦੇ ਕਈ ਵਾਰੀ ਹੰਕਾਰੀ ਬੰਦਾ ਕ੍ਰੋਧ ਦੇ ਅੰਦਰ ਵੱਡੀ ਗੱਲ ਕਰ ਜਾਂਦਾ ਹੈ। ਬਾਣ ਤੋਂ ਨਿਕਲਿਆ ਤੀਰ ਤੇ ਜ਼ਬਾਨ ਤੋਂ ਨਿਕਲਿਆ ਬਚਨ ਮੁੜ ਕੇ ਨਹੀਂ ਆਉਂਦਾ, ਬਾਅਦ ਚੋਂ ਪਛਤਾਵਾ ਹੀ ਰਹਿ ਜਾਂਦਾ।
ਕਿਹਾ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਕਿੰਨੇ ਪੁੱਛਣਾ ਸੀ ਜੇ ਸਾਡੇ ਵੱਡੇ ਬਾਬਕ ਜੀ ਤੇ ਭਾਈ ਮਰਦਾਨਾ ਜੀ ਕੀਰਤਨ ਨਾ ਕਰਦੇ। ਮਹਾਰਾਜ ਨੇ ਸਹਿਜ ਸੁਭਾਏ ਕਹਿ ਦਿੱਤਾ। ਪਹਿਲੇ ਆਪਣੀ ਬੇਦਬੀ ਹੋ ਰਹੀ ਸੀ, ਕੁਝ ਨਹੀਂ ਬੋਲੇ। ਜਦੋਂ ਗੁਰੂ ਰਾਮਦਾਸ ਜੀ ਦੀ ਗੁਰੂ ਨਾਨਕ ਸਾਹਿਬ ਦੀ ਬੇਦਬੀ ਦੇ ਬਚਨ ਸੁਣੇ, ਕਹਿ ਦਿੱਤਾ ਭਾਈ ਸੱਤੇ ਤੇ ਬਲਵੰਡ ਤੁਸੀਂ ਫਿੱਟ ਗਏ ਹੋ। ਸਾਧੂ ਬੋਲਿਆ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬੇਦਬੀ ਗੁਰੂ ਰਾਮਦਾਸ ਜੀ ਦੀ ਨਹੀਂ ਸਹਾਰ ਸਕੇ ਤੇ ਘਰ ਚਲੇ ਗਏ ਵਾਪਸ। ਮਹਾਰਾਜ ਦਾ ਬਚਨ ਹੋਇਆ ਸੀ ਫਿੱਟ ਗਏ ਹੋ। ਸਰੀਰ ਤੋਂ ਕੋੜ ਫੁੱਟਣ ਲੱਗ ਪਿਆ, ਪੂਰੇ ਸਰੀਰ ਤੇ ਕੋੜ ਹੋ ਗਿਆ, ਸਰੀਰ ਚੋਂ ਕੋੜ ਰਿਸਦਾ ਹੈ, ਪੀਕ ਤੇ ਖੂਨ ਸਰੀਰ ਗਲਣ ਲੱਗ ਪਿਆ। ਬਹੁਤ ਪਛਤਾਏ ਤੇ ਮਹਾਰਾਜ ਨੇ ਹੁਕਮਨਾਮੇ ਲਿਖਵਾ ਦਿੱਤੇ ਪੂਰੇ ਨਗਰ ਦੇ ਅੰਦਰ ਵੀ ਜੋ ਵੀ ਇਹਨਾਂ ਨੂੰ ਬੁਲਾਵੇਗਾ, ਗੁਰੂ ਪਾਤਸ਼ਾਹ ਮਹਾਰਾਜ ਦੇ ਨਿੰਦਕ ਨੇ, ਉਹਨਾਂ ਨੂੰ ਨਸ਼ਰ ਕੀਤਾ ਜਾਵੇਗਾ। ਨਸ਼ਰ ਦਾ ਅਰਥ ਹੁੰਦਾ ਹੈ ਵੀ ਗਦੀ ਦੇ ਉੱਤੇ ਬਿਠਾ ਕੇ ਜੁੱਤੀਆਂ ਦਾ ਹਾਰ ਪਵਾ ਕੇ ਮੂੰਹ ਕਾਲਾ ਕਰਨਾ। ਹੁਣ ਕੌਣ ਬੁਲਾਏ? ਗੁਰੂ ਅੰਗਦ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਸੀਗਾ, ਕਿਸੇ ਨੇ ਨਹੀਂ ਬੁਲਾਇਆ। ਬੜੇ ਪਛਤਾਏ, ਬਹੁਤ ਪਛਤਾਏ। ਕੋਈ ਨਗਰ ਦੇ ਅੰਦਰ ਨਿਕਲਦੇ ਨੇ, ਬਾਹਰ ਲੋਕੀ ਬੂਹਾ ਮਾਰ ਲੈਂਦੇ ਨੇ। ਕਿਸੇ ਹੱਟੀ ਤੇ ਜਾਂਦੇ ਨੇ, ਉਹ ਹੱਟੀ ਵਾਲਾ ਆਪਣੀ ਹੱਟੀ ਬੰਦ ਕਰ ਲੈਂਦਾ, ਸ਼ਾਪ ਕਲੋਜ਼ ਕਰ ਲੈਂਦਾ। ਕਿੱਥੇ ਜਾਣ ਕੋਈ ਸਮਝ ਨਹੀਂ ਆ ਰਹੀ। ਆਪਸ ਹੀ ਦੋਨੋਂ ਭਰਾਵਾਂ ਨੇ ਡਿਸਾਈਡ ਕੀਤਾ ਬਈ ਇੱਕ ਗੱਲ ਹੋ ਸਕਦੀ ਹੈ ਵੀ ਗੁਰੂ ਦੇ ਪਰਉਪਕਾਰੀ ਸਿੱਖ ਇੱਕ ਰਹਿੰਦਾ ਭਾਈ ਲੱਦਾ ਲਾਹੌਰ ਦੇ ਅੰਦਰ, ਕਿਉਂ ਨਾ ਲੱਦੇ ਕੋਲ ਚੱਲੀਏ। ਭਾਈ ਲੱਦੇ ਦੇ ਕੋਲ ਲਾਹੌਰ ਘੁੰਡ ਕੱਢ ਕੇ ਗਏ, ਮੂੰਹ ਦੇ ਉੱਤੇ ਕੱਪੜਾ ਕਰਕੇ ਗਏ, ਕਿਉਂਕਿ ਸੰਗਤ ਤੇ ਬੁਲਾ ਨਹੀਂ ਰਹੀ ਨਗਰ ਦੀ, ਅੰਮ੍ਰਿਤਸਰ ਸਾਹਿਬ ਦੀ। ਜਦੋਂ ਲੱਦੇ ਦੇ ਘਰ ਜਾ ਕੇ ਕੁੰਡੀ ਖੜਕਾਈ ਤੇ ਕਿਹਾ ਭਾਈ ਲੱਦਾ ਜੀ, ਭਾਈ ਲੱਦਾ ਜੀ ਅੰਦਰੋਂ ਬੋਲੇ ਕੌਣ ਹੈ ਭਾਈ? ਕਿਹਾ ਅਸੀਂ ਸੱਤੇ ਤੇ ਬਲਵੰਡ। ਕਿਹਾ ਸੱਤੇ ਤੇ ਬਲਵੰਡ? ਘਰ ਦੀ ਨੂੰ ਰੋਕ ਦਿੱਤਾ, ਬੂਹਾ ਨਾ ਖੋਲੀ। ਕਹਿੰਦੇ ਤੁਹਾਨੂੰ ਤੇ ਗੁਰੂ ਨੇ ਫਿਟਕਾਰ ਦਿੱਤਾ ਹੈ, ਗੁਰੂ ਨੇ ਕਿਹਾ ਕਿ ਮੁਖ ਨਹੀਂ ਲਾਣਾ, ਇਹਨਾਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ। ਕਿਹਾ ਭਾਈ ਲੱਦਾ ਤੈਨੂੰ ਗੁਰੂ ਰਾਮਦਾਸ ਮਹਾਰਾਜ ਦਾ ਵਾਸਤਾ ਹੈ, ਸਾਨੂੰ ਬੂਹਾ ਖੋਲ ਦੇ। ਹੁਣ ਖਾਲਸਾ ਜੀ ਇੱਕ ਪਾਸੇ ਸਿੱਖ ਦੇ ਕੋਲ ਇਹ ਵੀ ਇੱਕ ਐਗਜ਼ਾਮੀਨੇਸ਼ਨ ਦਾ ਟਾਈਮ ਹੁੰਦਾ, ਇੱਕ ਪ੍ਰੀਖਿਆ ਦਾ ਟਾਈਮ ਹੁੰਦਾ, ਇੱਕ ਪਰਚੇ ਦਾ ਟਾਈਮ ਹੋ ਗਿਆ ਬਈ ਜੇ ਉਹਨਾਂ ਨੂੰ ਦਰਵਾਜ਼ਾ ਖੋਲਦਾ ਤੇ ਗੁਰੂ ਤੋਂ ਬੇਮੁਖ ਹੁੰਦਾ, ਜੇ ਦਰਵਾਜ਼ਾ ਨਹੀਂ ਖੋਲਦਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਵਾਸਤਾ ਹੈ। ਉੱਥੇ ਸਿੱਖ ਨੇ ਫਿਰ ਕਸੌਟੀ ਤੇ ਖਰਾ ਉਤਰਨਾ ਸੀ ਨਾ, ਪੂਰਾ ਸੀ, ਸਾਡੇ ਵਰਗਾ ਅਧੂਰਾ ਨਹੀਂ ਸੀ। ਉਹ ਸਭ ਤੋਂ ਪਹਿਲਾਂ ਰਸੋਈ 'ਚ ਗਿਆ, ਪਾਕਸ਼ਾਲ 'ਚ। ਰਸੋਈ 'ਚੋਂ ਤਵੇ ਤੋਂ ਨਾ ਸਾਰੀ ਕਾਲਕ ਆਪਣੇ ਮੂੰਹ ਤੇ ਮੱਲੀ। ਪਿਛਲੇ ਦਰਵਾਜ਼ੇ ਤੋਂ ਕੁਮਾਰਾਂ ਤੋਂ ਗਧੀ ਮੰਗਵਾਈ, ਜੁੱਤੀਆਂ ਦਾ ਹਾਰ ਗੰਢ ਕੇ ਗਲ 'ਚ ਪਾ ਕੇ ਘੋੜੀ ਤੇ ਸਵਾਰ ਹੋ ਕੇ ਪਿਛਲੇ ਦਰਵਾਜ਼ੇ ਦੇ ਸਾਹਮਣੇ ਉਹ ਪਾਸੇ ਲੱਦੇ ਭਾਈ ਲੱਦਾ ਜੀ ਸੱਤੇ ਤੇ ਬਲਵੰਡ ਨੂੰ ਪਿੱਛੋਂ ਆਵਾਜ਼ ਲਗਾਈ, ਸੱਤਾ ਤੇ ਬਲਵੰਡ ਮੈਂ ਤੁਹਾਡੇ ਪਿੱਛੇ ਖੜਾ। ਜਦੋਂ ਭਾਈ ਸੱਤੇ ਤੇ ਬਲਵੰਡ ਨੇ ਮੁੜ ਕੇ ਦੇਖਿਆ ਤੇ ਅੱਖਾਂ 'ਚੋਂ ਹੰਝੂ ਚੋ ਪਏ, ਭੁੱਬਾਂ ਨਿਕਲ ਗਈਆਂ। ਕਿਹਾ ਗੁਰੂ ਪਾਤਸ਼ਾਹ ਮਹਾਰਾਜ ਦਾ ਬਚਨ ਪਹਿਲਾਂ ਸੱਤ ਕੀਤਾ, ਫਿਰ ਸਾਨੂੰ ਮਿਲਣ ਆਏ। ਕਹਿੰਦੇ ਹੁਣ ਦੱਸੋ ਕੀ ਗੱਲ ਕਰਨੀ ਹੈ ਮੇਰੇ ਨਾਲ। ਕਿਹਾ ਗੁਰੂ ਪਾਤਸ਼ਾਹ ਤੋਂ ਮਾਫੀ ਦਵਾਓ। ਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਲਾਹੌਰ ਲੈ ਕੇ ਜਾਣ ਤੋਂ ਪਹਿਲਾਂ ਮਹਾਰਾਜ ਦਾ ਹੁਕਮ ਸੀਗਾ ਬਈ ਗਦੀ ਦੇ ਚੜ ਕੇ ਨਸ਼ਰ ਹੋ ਕੇ ਆਣਾ, ਅੱਗੇ ਢੋਲ ਵੱਜਦਾ ਹੋਵੇ ਵੀ ਉਸ ਬੰਦੇ ਦੀ ਬਦਨਾਮੀ ਹੋਵੇ ਵੀ ਕਿਹਨਾਂ ਨੇ ਇਹਨਾਂ ਨਾਲ ਗੱਲ ਕੀਤੀ ਹੈ। ਅੱਗੇ ਢੋਲੀ ਢੋਲ ਵਜਾ ਰਿਹਾ ਹੈ। ਸ਼੍ਰੀ ਅੰਮ੍ਰਿਤਸਰ ਨਗਰ ਦੇ ਅੰਦਰ ਪਹੁੰਚੇ, ਦਰਬਾਰ ਸਾਹਿਬ ਪਹੁੰਚ ਗਏ। ਜਦੋਂ ਦਰਬਾਰ ਸਾਹਿਬ ਪਹੁੰਚੇ ਢੋਲ ਦੀ ਆਵਾਜ਼ ਆਈ। ਮਹਾਰਾਜ ਕਹਿੰਦੇ ਕੌਣ ਆਇਆ? ਢੋਲ ਵੱਜਦਾ। ਕਿਹਾ ਮਹਾਰਾਜ ਲੱਦਾ ਆਇਆ, ਲੱਦਾ ਪਰਉਪਕਾਰੀ ਆਇਆ। ਉਹਨਾਂ ਦਾ ਨਾਮ ਹੀ ਲੱਦਾ ਪਰਉਪਕਾਰੀ ਸੀ। ਕਿਹਾ ਮਹਾਰਾਜ ਭਾਈ ਲੱਦਾ ਪਰਉਪਕਾਰੀ ਜੀ ਆਏ ਨੇ। ਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਲੱਦੇ ਨੂੰ ਪਤਾ ਨਹੀਂ, ਅੱਗੇ ਵੀ ਆਂਦਾ, ਢੋਲ ਕਿਉਂ ਵਜਾ ਰਿਹਾ? ਕਿਹਾ ਮਹਾਰਾਜ ਸੱਤੇ ਤੇ ਬਲਵੰਡ ਨੂੰ ਲੈ ਕੇ ਆਏ ਨੇ। ਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਉਹਨਾਂ ਨੂੰ ਪਤਾ ਨਹੀਂ, ਨਸ਼ਰ ਕੀਤਾ ਜਾਵੇਗਾ। ਗੁਰੂ ਪਾਤਸ਼ਾਹ ਨਸ਼ਰ ਹੋ ਕੇ ਆਏ ਨੇ। ਗੁਰੂ ਅਰਜਨ ਦੇਵ ਮਹਾਰਾਜ ਤਖਤ ਤੋਂ ਉੱਠ ਕੇ ਭੱਜੇ ਗਏ, ਜਾ ਕੇ ਭਾਈ ਲੱਦੇ ਨੂੰ ਦੇਖਿਆ। ਭਾਈ ਲੱਦਾ ਜੀ ਗਦੀ ਤੇ ਸਵਾਰ, ਪਿਛਲੇ ਪਾਸੇ ਬੈਠੇ, ਜੁੱਤੀਆਂ ਦਾ ਹਾਰ ਗਲ 'ਚ, ਮੂੰਹ ਤੇ ਕਾਲਕ ਮੱਲੀ, ਢੋਲ ਵੱਜ ਰਿਹਾ ਹੈ ਤੇ ਹੱਥ ਜੁੜੇ ਹੋਏ ਨੇ। ਘੋੜੀ ਤੋਂ ਉਤਰ ਨਹੀਂ ਰਹੇ, ਉਹ ਗਦੀ ਤੋਂ ਉਤਰ ਨਹੀਂ ਰਹੇ। ਕਿਉਂ? ਕਿਉਂਕਿ ਗੁਰੂ ਪਾਤਸ਼ਾਹ ਦਾ ਹੁਕਮ ਸੀਗਾ। ਮਹਾਰਾਜ ਨੇ ਗੁਰੂ ਰਾਮਦਾਸ ਮਹਾਰਾਜ ਦੇ ਸਰੋਵਰ ਤੋਂ ਜਲ ਮੰਗਾਇਆ, ਉਹਦੇ ਦੁੱਧ ਪਾ ਕੇ ਉਹਨਾਂ ਦਾ ਮੂੰਹ ਧੋਤਾ ਤੇ ਮਹਾਰਾਜ ਦੀ ਅੱਖਾਂ 'ਚ ਹੰਝੂ ਆਏ। ਭਾਈ ਲੱਦਾ ਜੀ ਤੁਸੀਂ ਇਸ ਤਰ੍ਹਾਂ ਕਹਿੰਦੇ, ਅਸੀਂ ਇਹਨਾਂ ਨੂੰ ਖਿਮਾ ਕਰ ਦਿੰਦੇ। ਮਹਾਰਾਜ ਤੁਸੀਂ ਭਾਈ ਲੱਦਾ ਜੀ ਐਡਾ ਵੱਡਾ ਨਸ਼ਰ ਵਾਲਾ ਕਿਉਂ ਕੰਮ ਕੀਤਾ? ਕਿਹਾ ਗੁਰੂ ਮਹਾਰਾਜ ਤੁਹਾਡਾ ਬਚਨ ਇੱਕ ਨੰਬਰ
ਤੁਹਾਡਾ ਬਚਨ ਨਾ ਝੂਠਾ ਹੋ ਜਾਵੇ, ਇਸ ਕਰਕੇ ਨਸ਼ਰ ਹੋ ਕੇ ਆਇਆ। ਮਹਾਰਾਜ ਗਲਤੀ ਦਾ ਅਹਿਸਾਸ ਕਰ ਰਹੇ ਨੇ, ਖਿਮਾ ਕਰ ਦਿਓ। ਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਖਿਮਾ ਤਾਂ ਅਸੀਂ ਇਹਨਾਂ ਨੂੰ ਤਦੇ ਕਰਤਾ ਸੀ ਤੁਹਾਨੂੰ ਦੇਖਦੇ ਹੀ। ਹੁਣ ਇਹਨਾਂ ਨੂੰ ਕਹੋ ਜਿਹੜੇ ਮੁਖ ਦੇ ਨਾਲ ਇਹਨਾਂ ਨੇ ਨਿੰਦਾ ਕੀਤੀ ਹੈ ਨਾ, ਹੁਣ ਉਸੇ ਮੁਖ ਦੇ ਨਾਲ ਉਸਤਤ ਕਰਨ, ਗੁਰੂ ਨਾਨਕ ਸਾਹਿਬ ਦੀ ਦੁਖ ਭੰਜਨੀ ਬੇਰੀ ਦੇ ਥੱਲੇ ਇਸ਼ਨਾਨ ਕਰਨ, ਤੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਦਾ ਕੋੜ ਦੂਰ ਹੋ ਜਾਵੇਗਾ। ਬਚਨ ਮੰਨਿਆ। ਸਭ ਤੋਂ ਪਹਿਲੇ ਜਾ ਕੇ ਦੁਖ ਭੰਜਨੀ ਬੇਰੀ ਤੇ ਇਸ਼ਨਾਨ ਕੀਤਾ। ਜਿਸ ਤਰ੍ਹਾਂ ਹੀ ਆਪਣੇ ਸਰੀਰ ਨੂੰ ਡੋਬਿਆ, ਧੰਨ ਗੁਰੂ ਨਾਨਕ ਦੇਵ ਬੋਲ ਕੇ ਬਾਹਰ ਨਿਕਲਿਆ, ਸਰੀਰ ਕੰਚਨ ਵਰਗਾ, ਸਾਰਾ ਕੋੜ ਦੂਰ। ਆਖਣਾ ਕਰੋ ਸਤਨਾਮ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਹੋਈ, ਸਾਰਾ ਕੋੜ ਦੂਰ ਹੋ ਗਿਆ। ਹੁਣ ਦਰਬਾਰ ਦੇ ਅੰਦਰ ਪਹੁੰਚੇ, ਨੇਤਰਾਂ ਦੇ ਅੰਦਰ ਜਲ ਹੈ, ਤੇ ਸਭ ਤੋਂ ਪਹਿਲੇ ਬਾਣੀ ਉਚਾਰਨ ਕੀਤੀ। ਰਾਮ ਕਲੀ ਕੀ ਵਾਰ ਰਾਏ ਸੱਤੇ ਬਲਵੰਡ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਾਉ ਕਰਤਾ ਕਾਦਰ ਕਰੈ ਕਿਉ ਬੋਲ ਹੋਵੈ ਜੋ ਖੀਵਦੈ, ਦੇ ਗੁਣਾ ਸਤ ਭੈਣ ਪਰਾਵ ਹੈ ਪਾਰੰਗਤ ਦਾਨ ਪੜੀਵਦੈ। ਨਾਨਕ ਰਾਜ ਚਲਾਇਆ ਸਤ ਕੋਟ ਸਤਾਣੀ ਨੀਵਦੈ। ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ 7 ਪੌੜੀਆਂ ਦੇ ਅੰਦਰ ਉਸਤਤ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 966 ਤੇ 967 ਅੰਗ ਦੇ ਉੱਤੇ ਇਹ ਪਾਵਨ ਪਵਿੱਤਰ ਬਾਣੀ ਸੁਸ਼ੋਭਿਤ ਹੈ। ਉਹਦੇ ਅੰਦਰ ਹੀ ਉਹ ਸ਼ਬਦ ਆਂਦਾ ਹੈ, ਧੰਨ ਧੰਨ ਰਾਮਦਾਸ ਗੁਰ ਜਿਨ ਸੇਰਿਆ ਤਿਨਹਿ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਲੱਭ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਧ ਸਹ ਪਰਵਾਰਿਆ। ਧਨ ਸੁ ਤੇਰਾ ਥਾਨ ਹੈ, ਸੱਚ ਤੇਰਾ ਪੈਸਕਾਰਿਆ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਜਦੋਂ ਇੱਥੇ ਤੱਕ ਉਸਤਤ ਕਰ ਦਿੱਤੀ ਤੇ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਰਾਮਦਾਸ ਜੀ ਤੱਕ ਉਸਤਤ ਕੀਤੀ, ਸੰਗਤ ਬੜੀ ਨਿਹਾਲ ਹੋਈ। ਬਈ ਭਾਈ ਸੱਤੇ ਤੇ ਬਲਵੰਡ ਨੂੰ ਮਾਫੀ ਮਿਲੀ। ਹੱਥ ਜੋੜ ਕੇ ਕਿਹਾ, ਮਹਾਰਾਜ ਅਸੀਂ ਤੁਹਾਨੂੰ ਵੀ ਅਵੱਗਿਆ ਵਾਲੇ ਬਚਨ ਕਹੇ ਨੇ, ਅਸੀਂ ਤੁਹਾਡੀ ਉਸਤਤ ਦੇ ਅੰਦਰ ਵੀ ਇੱਕ ਪੌੜੀ ਉਚਾਰਨ ਕਰਨਾ ਚਾਹੁੰਦੇ ਹਾਂ। ਮਹਾਰਾਜ ਤੋਂ ਹੁਕਮ ਲਿਆ। ਫੇਰ ਦੁਬਾਰਾ ਸਰੰਦਾ ਛੇੜਿਆ, ਬਾਣੀ ਉਚਾਰਨ ਕੀਤੀ। ਚਾਰੇ ਜਾਗਹ ਚੌਹ ਜੁਗੀ ਪੰਚਾਇਣ ਆਪੇ ਹੋਆ, ਆਪੀ ਨੇ ਆਪ ਸਾਜਿਓ ਆਪੇ ਹੀ ਥੰਮ ਖਲੋਆ। ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨਰੋਆ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖੀਵੈ ਚੰਦੋਆ। ਉਗਵਣੋਂ ਤੇ ਅਥਾਹਵਣੋਂ ਚੋ ਚੱਕੀ ਕੀਨ ਲੋਆ। ਜਿਨੀ ਗੁਰੂ ਨ ਸੇਵਿਓ ਮਨ ਮੁਖਾਂ ਪਿਆ ਮੋਆ। ਚਾਰੇ ਜਾਗਹਿ ਚੌਹ ਜੁਗੀ ਪੰਚਾਇਣ ਆਪੇ ਹੋਆ। ਮਹਾਰਾਜ ਤੁਸੀਂ ਪੰਜਾਂ ਪਾਤਸ਼ਾਹੀਆਂ ਦੀ ਜੋਤ ਹੋ, ਤੁਹਾਡਾ ਪ੍ਰਕਾਸ਼ ਸਾਰੇ ਬ੍ਰਹਮੰਡ 'ਚ ਹੈ। ਜਦੋਂ ਇੰਨੀ ਉਸਤਤ ਹੋਈ ਤਾਂ ਖਿਮਾ ਮਿਲੀ। ਤੋ ਇੱਕ ਬਚਨ ਹੋਇਆ ਸੀ ਮਹਾਰਾਜ ਦਾ, ਫੁੱਟ ਗਏ ਉਹ, ਪੂਰੇ ਸਰੀਰ ਤੇ ਕੋੜ ਪੈ ਗਿਆ। ਉਹੀ ਬਚਨ ਚੌਧਰੀ ਕਰਵਾ ਬੈਠਾ। ਮਹਾਰਾਜ ਚੌਧਰੀ ਨੂੰ ਕਿਹਾ, ਚੌਧਰੀ ਦਾ ਪੰਗੂੜਾ ਰਹੇ ਨਾ ਪਲੰਗ ਰਹੇ। ਤੇ ਮਹਾਰਾਜ ਦੇ ਐਸੇ ਬਚਨ ਹੋਏ ਤੇ ਪੰਗੂੜਾ ਤੇ ਪਲੰਗ ਦੋਨੋਂ ਹੀ ਨਹੀਂ ਰਹੇ। ਨਾਸ ਦੇਤ ਕਰ ਵੱਡਿਓ ਵਡੇਰੀ, ਵੱਡੇ ਵਡੇਰਿਆਂ ਦਾ ਮਹਾਰਾਜ ਤੋਂ ਨਾਸ਼ ਹੋ ਜਾਂਦਾ ਇੱਕ ਬਚਨ ਕਰਕੇ। ਹੁਣ ਚੌਧਰੀ ਨੇ ਆਪਣੀ ਸਾਰੀ ਕੁਲ ਦਾ ਨਾਸ਼ ਕਰਵਾ ਲਿਆ। ਵੱਡਿਆਂ ਕੋਠਾ ਨਹਿ ਸਨਮਾਨਾ, ਵੱਡਿਆਂ ਦਾ ਸਨਮਾਨ ਨਹੀਂ ਕੀਤਾ। ਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਸੰਗਤ ਵਿੱਚ ਆ ਕੇ, ਖਾਲਸਾ ਜੀ ਸਭ ਤੋਂ ਪਹਿਲੇ 3 ਗੱਲਾਂ ਜ਼ਰੂਰ ਸੰਗਤ 'ਤੇ ਬਹਿ ਕੇ ਸਿੱਖੀਏ, ਰਹਿਣੀ ਬਹਿਣੀ ਕਹਿਣੀ ਤੇ ਸਹਿਣੀ। ਗੁਰੂ ਪਾਤਸ਼ਾਹ ਕੋਲ ਬਹਿਣਾ ਕਿਸ ਤਰ੍ਹਾਂ? ਚੌਂਕੜੀ ਮਾਰ ਕੇ ਸੁਚੇਤ ਹੋ ਕੇ ਬੈਠਣਾ। ਗੁਰੂ ਪਾਤਸ਼ਾਹ ਕੋਲ ਜਦੋਂ ਸੰਗਤ ਹੀ ਬਹਿਣਾ ਤਦ ਕੋਈ ਬਚਨ ਨਹੀਂ ਕਰਨਾ, ਆਪਸ 'ਚ ਗੱਲ ਨਹੀਂ ਕਰਨੀ, ਕਿਉਂਕਿ ਕੋਈ ਭਜਨ ਵਾਲਾ ਬੰਦਗਾ ਆਪਣੀ ਸੁਰਤ ਗੁਰੂ ਦੇ ਨਾਲ ਜੋੜੀ ਬੈਠਾ ਹੈ। ਅਸੀਂ ਗੱਲ ਕਰੀਏ, ਫੋਨ ਆ ਜਾਵੇ, ਉਹਦੀ ਸੁਰਤ ਟੁੱਟ ਜਾਵੇ, ਉਹਦਾ ਪਾਪ ਤੁਹਾਨੂੰ ਲੱਗੇਗਾ। ਕਹਿਣੀ, ਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਕਹਿਣਾ ਬਚਨ ਕਿਸ ਤਰ੍ਹਾਂ ਕਿਸੇ ਦੇ ਨਾਲ। ਸਹਿਣਾ, ਜੇ ਕੋਈ ਕੌੜਾ ਬਚਨ ਕਰ ਦੇਵੇ ਸੰਗਤ ਵਿੱਚ, ਐ ਨਹੀਂ ਉਹਨੂੰ ਟੁੱਟ ਕੇ ਪੈ ਜਾਣਾ ਵੀ ਤੂੰ ਜ਼ਿਆਦਾ ਵੱਡਾ ਸੇਵਾਦਾਰ ਹੈ ਮੈਨੂੰ ਪਤਾ। ਉੱਥੇ ਗੱਲ ਉਹਦੀ ਸੁਣਨੀ ਧਿਆਨ ਨਾਲ। ਸਹਿਣਾ ਬਚਨ, ਸਿੱਖੀ ਤੇ ਸਹਿਣਾ ਹੈ, ਪੇਸ਼ੈਂਸ ਹੈ। ਆਪਣੇ ਅੰਦਰ ਇੱਕਦਮ ਜਾ ਕੇ ਉਹਨੂੰ ਟੁੱਟ ਕੇ ਨਹੀਂ ਪੈ ਜਾਣਾ, ਉਹਨੂੰ ਕ੍ਰੋਧ ਨਹੀਂ ਕਰਨਾ, ਉਹਦੀ ਗੱਲ ਸੁਣਨੀ ਹੈ। ਵੱਡਾ ਛੋਟਾ ਕਿਸ ਤਰ੍ਹਾਂ ਦਾ ਹੋਵੇ। ਰਹਿਣੀ ਬਹਿਣੀ ਕਹਿਣੀ ਤੇ ਸਹਿਣੀ। ਉਹਦੇ ਬਾਅਦ ਕਿਸੇ ਨੂੰ ਕੋਈ ਗੱਲ ਕਹਿਣੀ ਹੈ, ਇਹ ਨਹੀਂ ਕਿ ਉਹਨੂੰ ਬਿਲਕੁਲ ਜਦੋਂ ਗੱਲ, ਹੁਣ ਅਸੀਂ ਕੋਈ ਕਥਾ ਤੋਂ ਉੱਠੀਏ, ਹੁਣ ਕੋਈ ਗੱਲ ਨਹੀਂ ਪਤਾ ਲੱਗੀ, ਉਸ ਤੋਂ ਬਾਅਦ ਇਹ ਨਹੀਂ ਹੈ ਵੀ ਕੀਰਤਨ ਵਾਲੇ ਭਾਈ ਸਾਹਿਬ ਨੇ ਕੋਈ ਪੰਕਤੀ ਉੱਚੀ ਨੀਵੀਂ ਪੜ੍ਹਤੀ, ਉਹਨਾਂ ਨੂੰ ਕਹਿਤਾ ਭਾਈ ਸਾਹਿਬ ਤੁਸੀਂ ਤਾਂ ਪੰਕਤੀ ਇਸ ਤਰ੍ਹਾਂ ਸੀ, ਅਸੀਂ ਮੋਬਾਈਲ 'ਚ ਖੋਲ ਕੇ ਬੈਠੇ ਸੀ, ਤੁਸੀਂ ਕਿੱਦਾਂ ਪੜ੍ਹ ਦਿੱਤੀ। ਖਾਲਸਾ ਜੀ
ਉਹ ਵੀ ਸਵੇਰ ਦੇ ਉੱਠੇ ਹੋਏ ਨੇ, ਅਸੀਂ ਤਾਂ 9 ਵਜੇ ਉੱਠੇ ਆ। ਉਹ ਅੰਮ੍ਰਿਤ ਵੇਲੇ ਤੋਂ ਉੱਠ ਕੇ ਬਾਣੀ ਪੜ੍ਹ ਰਹੇ ਨੇ। ਜੇ ਉਹਨਾਂ ਤੋਂ ਕੋਈ ਉੱਚੀ ਨੀਵੀਂ ਪੰਕਤੀ ਪੜ੍ਹੀ ਗਈ, ਉਹ ਅਣਜਾਣੇ 'ਚ ਪੜ੍ਹੀ ਗਈ, ਜਾਣ ਕੇ ਨਹੀਂ ਪੜ੍ਹੀ ਗਈ। ਇਸ ਕਰਕੇ ਉਹਨਾਂ ਨੂੰ ਬੜੇ ਅਦਬ ਦੇ ਨਾਲ, ਸਤਿਕਾਰ ਨਾਲ ਅਸੀਂ ਉਸ ਵੇਲੇ ਗੱਲ ਕਰਨੀ ਹੈ, ਕਿਉਂਕਿ ਗੁਰੂ ਘਰ ਦੇ ਅੰਦਰ ਰਹਿਣੀ ਬਹਿਣੀ ਕਹਿਣੀ ਸਹਿਣੀ ਜਿਸ ਨੂੰ ਆ ਜਾਵੇ ਉਹਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਇਸ ਪ੍ਰਕਾਰ ਚੌਧਰੀ ਨੂੰ ਫੇਰ ਸਹਿਜ ਸੁਭਾਏ ਵਚਨ ਕਰ ਦਿੱਤਾ। ਸੋ ਜਾ ਨ ਹੋਏ ਮਹਾਨਾ, ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਫਿਰ ਇਸ ਤਰ੍ਹਾਂ ਕੌਤਕ ਵਰਤਿਆ। ਤਬ ਤੇ ਘਟਤ ਗਏ। ਹੁਣ ਘਟਦਾ ਚੌਧਰੀ ਦਾ ਪ੍ਰਤਾਪ ਘਟ ਹੀ ਗਿਆ। ਨਹਿ ਉਗਸੇ ਸਭ ਨਾਸੀ ਭਏ। ਕਹਿੰਦੇ ਫੇਰ ਉਹਦੀ ਕੁਲ ਦੇ ਅੰਦਰ ਚੜ੍ਹਦੀ ਕਲਾ ਨਹੀਂ ਹੋਈ, ਸਭ ਕੁਝ ਨਾਸ਼ ਹੀ ਹੁੰਦਾ ਰਿਹਾ, ਕਿਉਂ ਗੁਰੂ ਪਾਤਸ਼ਾਹ ਦਾ ਬਚਨ ਲੈ ਲਿਆ। ਗੁਰੂ ਪਾਤਸ਼ਾਹ ਦਾ ਬਚਨ ਸੀਗਾ, ਨਾ ਪੰਗੂੜਾ ਰਹੇਗਾ ਨਾ ਪਲੰਗ ਰਹੇਗਾ। ਇਸ ਪ੍ਰਕਾਰ ਗੁਰ ਫੇਰਾ ਪਾਏ। ਇਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮੱਤੇ ਕੀ ਸਰਾਏ ਫੇਰਾ ਪਾਇਆ ਹੈ। ਬਹੁਰ ਖਡੂਰ ਬਿਰਾਜੇ ਆਏ। ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਖੰਡੂਰ ਵਾਪਸ ਨਗਰ ਦੇ ਅੰਦਰ ਆ ਗਏ। ਇਹ ਪ੍ਰਸੰਗ ਇੱਥੇ ਪੂਰਾ ਹੋਇਆ ਹੈ। ਅੱਗੇ ਦੀ ਕਥਾ ਅਸੀਂ ਕੱਲ ਦੇ ਦੀਵਾਨਾਂ ਦੇ ਅੰਦਰ ਸਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਦੇ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਨਾ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਧਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।